ਵਿੱਚੋਂ ਕਾਰਬ ਉਹ ਪ੍ਰੋਟੀਨ ਸਾਰੀ ਨਿਊਟ੍ਰੀਸ਼ਨ ਫਿਰ ਰਹੀ ਹੁੰਦੀ ਆ ਬਲੱਡ ਦੇ ਵਿੱਚ। ਤੁਹਾਡੇ ਜਦੋਂ ਤੁਸੀਂ ਉਹ ਚੀਜ਼ ਆਏ ਫੇਰਦੇ ਹੋ ਉਹ ਪ੍ਰੋਪਰ ਮਸਲਾਂ ਦੇ ਵਿੱਚ ਡਿਲੀਵਰ ਹੁੰਦਾ। ਜਿਹੜੇ ਡਾਇਨਾਮਿਕ ਸਟ੍ਰੈਚ ਕਿਹੜੇ ਨੇ ਤੇ ਜਿਹੜੇ ਸਟੈਟਿਕ ਸਟ੍ਰੈਚ ਕਿਹੜੇ ਨੇ। ਇੱਕ ਮਸਲ ਸਪਿੰਡਲ ਹੁੰਦਾ, ਸਟ੍ਰੈਚ ਕਰਦੇ ਆਪਣੀ ਚੀਜ਼ ਪੈਂਦੀ ਹੈ ਨਾ, ਉਹ ਮਸਲ ਸਪਿੰਡਲ ਤੇ ਗੋਲਜੀ ਆਰਗਨ ਟੈਂਡਨ ਕਰਕੇ ਹੁੰਦਾ। ਉਹੀ ਤੁਹਾਡੇ ਬ੍ਰੇਨ ਨੂੰ ਦੱਸਦਾ ਕਿ ਇਦੋਂ ਬਾਅਦ ਤੁਹਾਡਾ ਮਸਲ ਨਹੀਂ ਜਾ ਸਕਦਾ। ਜਦੋਂ ਆਹ ਚੀਜ਼ ਕਰਦੇ ਹੋ ਦੇਖੋ ਮਸਲ ਦੇ ਵਿੱਚ ਕਿੰਨੀ ਨਿਊਟ੍ਰੀਸ਼ਨ ਜਾਊਗੀ। ਓਕੇ ਮਿੱਤਰੋ, ਸੋ ਅੱਜ ਆਪਾਂ ਨਾ ਬਹੁਤ ਇੱਕ ਜ਼ਰੂਰੀ ਟੌਪਿਕ ਕਵਰ ਕਰਨਾ ਸਟ੍ਰੈਚਿੰਗ ਦਾ, ਕਿਉਂਕਿ ਜੇ ਤੁਹਾਡੀ ਡਾਈਟ ਸਹੀ ਆ, ਜੇ ਤੁਹਾਡੀ ਵਰਕਆਊਟ ਸਹੀ ਆ, ਪਰ ਤੁਸੀਂ ਆਪਣੀ ਬਾਡੀ ਤੇ ਫਾਰਮ ਰੋਲਰ ਨਹੀਂ ਫੇਰਦੇ ਜਾਂ ਸਟ੍ਰੈਚਿੰਗ ਨਹੀਂ ਕਰਦੇ, ਅੱਧੋ ਅੱਧ ਮਸਲ ਗਰੋਥ ਦਾ ਫਰਕ ਪੈਂਦਾ। ਤੁਸੀਂ ਕਹਿੰਦੇ ਹੁੰਦੇ ਹੋ ਨਾ ਕਿ ਬਾਈ ਸਾਡਾ ਮਸਲ ਰੁਕ ਗਿਆ, ਕਈ ਬੰਦੇ ਕਹਿੰਦੇ ਨੇ ਬਾਈ ਸਾਡੇ ਜੈਨੇਟਿਕ ਨਹੀਂ ਸਹੀ। ਬਹੁਤ ਜ਼ਿਆਦਾ ਫਰਕ ਆ, ਕਿਉਂਕਿ ਪ੍ਰੋ ਐਥਲੀਟ ਜਿਹੜੀ ਆਪਣੀ ਬਾਡੀ ਨੂੰ ਸਟ੍ਰੈਚ ਤੇ ਫਾਰਮ ਰੋਲਰ ਬਹੁਤ ਕਰਦੇ ਨੇ, ਕਿਉਂਕਿ ਉਹਦੇ ਨਾਲ ਥੋੜਾ ਮਸਲ ਖੁੱਲ੍ਹਦਾ, ਮਸਲ ਦੀ ਰਿਕਵਰੀ ਬਹੁਤ ਹੁੰਦੀ ਹੈ, ਮਸਲ ਨੂੰ ਬੜਾ ਹੋਣ ਨੂੰ ਥੋਂ ਮਿਲਦਾ, ਕਿਉਂਕਿ ਤੁਹਾਡੇ ਮਸਲ ਜਕੜੇ ਰਹਿੰਦੇ ਨੇ। ਹੁਣ ਤੁਹਾਡਾ ਜਦੋਂ ਵਰਕਆਊਟ ਤੋਂ ਬਾਅਦ ਮਸਲ ਟਾਈਟ ਹੋ ਜਾਂਦਾ, ਹੁਣ ਜੇ ਆਹ ਚੀਜ਼ ਫਿਰ ਰਹੀ ਹੈ ਛਾਤੀ ਤੇ, ਤਾਂ ਸਮਝ ਲਓ ਪ੍ਰੋਪਰ ਬਲੱਡ ਫਲੋ ਤੁਹਾਡੇ ਮਸਲਾਂ ਦੇ ਵਿੱਚੋਂ ਕਾਰਬ ਉਹ ਪ੍ਰੋਟੀਨ ਸਾਰੀ ਨਿਊਟ੍ਰੀਸ਼ਨ ਫਿਰ ਰਹੀ ਹੁੰਦੀ ਆ ਬਲੱਡ ਦੇ ਵਿੱਚ। ਤੁਹਾਡੇ ਜਦੋਂ ਤੁਸੀਂ ਉਹ ਚੀਜ਼ ਆਏ ਫੇਰਦੇ ਹੋ ਉਹ ਪ੍ਰੋਪਰ ਮਸਲਾਂ ਦੇ ਵਿੱਚ ਡਿਲੀਵਰ ਹੁੰਦਾ, ਕਿਉਂਕਿ ਜਿਮ ਤੋਂ ਬਾਅਦ ਮਸਲ ਆਕੜ ਜਾਂਦੇ ਨੇ, ਸੋ ਉਹਨਾਂ ਦੇ ਵਿੱਚ ਲੈਕਟਿਕ ਐਸਿਡ ਬਿਲਡਅਪ ਹੋ ਜਾਂਦਾ। ਸੋ ਆਪਾਂ ਜੇ ਸਟ੍ਰੈਚਿੰਗ ਕਰਾਂਗੇ ਵਰਕਆਊਟ ਤੋਂ ਬਾਅਦ ਜਾਂ ਫਿਰ ਫਾਰਮ ਰੋਲਰ ਫੇਰਾਂਗੇ ਤਾਂ ਉਹ ਛੇਤੀ ਲੈਕਟਿਕ ਐਸਿਡ ਰਿਮੂਵ ਹੋਊਗਾ, ਤੁਹਾਡੇ ਮਸਲ ਦੀ ਰਿਕਵਰੀ ਸ਼ੁਰੂ ਹੋਊਗੀ। ਤੇ ਸਟ੍ਰੈਚਾਂ ਬਾਰੇ ਡੀਪ ਇਨਫੋਰਮੇਸ਼ਨ ਆਪਾਂ ਦੇਣੀ ਆ ਕਿ ਪੋਸਟ ਵਰਕਆਊਟ ਕਿਹੜਾ ਸਟ੍ਰੈਚ ਕਰਨਾ, ਪ੍ਰੀ ਵਰਕਆਊਟ ਕਿਹੜਾ ਕਰਨਾ। ਹੁਣ ਪਿੰਕਾ ਆਪਣੇ ਨਾਲ ਇਹ ਕਰਕੇ ਦਿਖਾਊ ਆਪਾਂ ਨੂੰ ਕਿ ਜਿਹੜੇ ਡਾਇਨਾਮਿਕ ਸਟ੍ਰੈਚ ਕਿਹੜੇ ਨੇ ਤੇ ਜਿਹੜੇ ਸਟੈਟਿਕ ਸਟ੍ਰੈਚ ਕਿਹੜੇ ਨੇ। ਕਿਉਂਕਿ ਦੇਖੋ ਜੇ ਤੁਸੀਂ ਵਰਕਆਊਟ ਤੋਂ ਪਹਿਲਾਂ ਸਟੈਟਿਕ ਸਟ੍ਰੈਚ ਕਰਿਆ ਤਾਂ ਤੁਹਾਨੂੰ ਉਹਦੇ ਬਹੁਤ ਨੁਕਸਾਨ ਨੇ, ਜੋ ਕਿ 70% ਬੰਦੇ ਕਰਦੇ ਨੇ। ਉਹਦੇ ਨਾਲ ਤੁਹਾਡੇ ਮਸਲਾਂ ਦੇ ਵਿੱਚ ਬਲੱਡ ਫਲੋ ਘਟੂਗਾ, ਉਹਨਾਂ ਦੇ ਤੁਹਾਡੇ ਮਸਲਾਂ ਦੇ ਵਿੱਚ ਇੰਜਰੀ ਦੇ ਚਾਂਸ ਨੇ, ਤੁਹਾਡੀ ਪਰਫਾਰਮੈਂਸ ਡਾਊਨ ਜਾਊਗੀ। ਸੋ ਜਿਹੜੀ ਹੁਣ ਇਹਦੇ ਵਿੱਚ ਮੇਨ ਗੱਲ ਆ ਕਿ ਆਪਾਂ ਜਿਹੜਾ ਡਾਇਨਾਮਿਕ ਸਟ੍ਰੈਚ ਆ ਉਹ ਵਰਕਆਊਟ ਤੋਂ ਪਹਿਲਾਂ ਕਰਨਾ, ਕਿਉਂਕਿ ਸਾਰੇ ਟੌਪ ਦੇ ਐਥਲੀਟ ਉਹ ਕਰਦੇ ਨੇ, ਤੇ ਜਿਹੜਾ ਸਟੈਟਿਕ ਸਟ੍ਰੈਚ ਆ ਉਹ ਵਰਕਆਊਟ ਤੋਂ ਬਾਅਦ 'ਚ ਕਰਨਾ। ਹੁਣ ਆਪਣਾ ਇੱਥੇ ਕੁਐਸਚਨ ਆਊਗਾ ਕਿ ਬਾਈ ਇਹਨਾਂ 'ਚ ਫਰਕ ਕੀ ਆ। ਸੋ ਪਿੰਕਾ ਆਪਣੇ ਨਾਲ ਆ, ਇਹ ਪਿੰਕਾ ਆਪਾਂ ਨੂੰ ਸਾਰੇ ਸਟ੍ਰੈਚਾਂ ਦਾ ਐਗਜ਼ਾਮਪਲ ਦਊਗਾ ਕਿ ਕਿਹੜੇ ਡਾਇਨਾਮਿਕ ਹੁੰਦੇ ਨੇ ਤੇ ਕਿਹੜੇ ਸਟੈਟਿਕ ਹੁੰਦੇ ਨੇ। ਪਿੰਕੇ ਪਹਿਲਾਂ ਲੈਗ ਦਾ ਕਰਕੇ ਦਿਖਾ ਮਿੱਤਰਾਂ ਨੂੰ ਮਾੜਾ ਜਿਹਾ। ਸੋ ਮੰਨ ਲਓ ਆਹ ਕੋਈ ਵੀ ਮੂਵਮੈਂਟ ਆ, ਇਹ ਡਾਇਨਾਮਿਕ ਸਟ੍ਰੈਚ ਆ, ਮਤਲਬ ਇਹਦੇ ਵਿੱਚ ਤੁਸੀਂ ਇੱਕ ਪਾਸੇ ਖੜ ਨਹੀਂ ਰਹੇ, ਆਪਣੇ ਮਸਲ ਨੂੰ ਹੋਲਡ ਨਹੀਂ ਕਰਦੇ। ਸੋ ਆ ਕੋਈ ਵੀ ਸਟ੍ਰੈਚ ਜਿੰਨਾ ਵੀ ਪਿੰਕਾ ਲੈਗ ਦਾ ਕਰਦਾ ਇਹ ਡਾਇਨਾਮਿਕ ਸਟ੍ਰੈਚ ਆ। ਤੇ ਪਿੰਕੇ ਸ਼ੋਲਡਰ ਦਾ ਵੀ ਕਰਕੇ ਦਿਖਾ ਦੇ। ਹੁਣ ਆਹ ਸ਼ੋਲਡਰ ਦੀ ਡਾਇਨਾਮਿਕ ਮੂਵਮੈਂਟ ਆ, ਠੀਕ ਆ। ਸੋ ਇਹ ਹੁੰਦੇ ਨੇ ਡਾਇਨਾਮਿਕ ਸਟ੍ਰੈਚ। ਤੇ ਜੇ ਚੈਸਟ ਦੀ ਆਪਾਂ ਡਾਇਨਾਮਿਕ ਮੂਵਮੈਂਟ ਕਹੀਏ, ਉਹ ਇੱਧਰ ਆ ਜਾਓ। ਦੇਖੋ ਹੁਣ ਤੁਸੀਂ ਜੇ ਮੰਨ ਲਓ ਵਰਕਆਊਟ ਤੋਂ ਪਹਿਲਾਂ ਆਹ ਚੀਜ਼ ਕਰ ਰਹੇ ਹੋ, ਇੱਥੇ ਆਪਾਂ ਸਟੈਟਿਕ ਆ, ਆਹ ਚੀਜ਼ ਨਹੀਂ ਕਰਨੀ, ਮੋਸਟਲੀ ਆਪਾਂ ਆਹ ਕਰਦੇ ਹਾਂ, ਇਹ ਵਰਕਆਊਟ ਤੋਂ ਬਾਅਦ ਕਰਨੀ ਆ। ਸੋ ਡਾਇਨਾਮਿਕ ਸਟ੍ਰੈਚ ਚੈਸਟ ਦਾ ਕਿਹੜਾ ਹੋ ਗਿਆ, ਆਹ ਚੀਜ਼। ਜਾਂ ਤੁਸੀਂ 1-2 ਸੈੱਟ ਲਾਈਟ ਵੇਟ ਦੇ ਲਾਉਣੇ ਹੋ, ਜਾਂ ਕਿਸੇ ਵੀ ਮਤਲਬ ਕਹਿਣ ਦਾ ਮਤਲਬ ਕੋਈ ਵੀ ਮੂਵਮੈਂਟ ਆਹ ਚੀਜ਼ ਹੋ ਗਈ, ਠੀਕ ਆ। ਥੋੜ੍ਹੀਆਂ ਬਾਹਾਂ ਮੂਹਾਂ ਘੁਮਾਉਣੀਆਂ ਹੋ ਗਈਆਂ, ਬਾਹਾਂ ਨੂੰ ਇੱਦਾਂ ਕਰਨਾ ਹੋ ਗਿਆ, ਇਹ ਡਾਇਨਾਮਿਕ ਸਟ੍ਰੈਚ ਨੇ ਜੋ ਕਿ ਵਰਕਆਊਟ ਤੋਂ ਪਹਿਲਾਂ ਕਰਨੇ ਨੇ। ਸਟੈਟਿਕ ਸਟ੍ਰੈਚ ਕਿਹੜੇ ਨੇ, ਜਿਵੇਂ ਪਿੰਕੇ ਹੈਮਸਟਰਿੰਗ ਦਾ ਸਟੈਟਿਕ ਕਰਕੇ ਦਿਖਾ ਦੇ। ਸੋ ਆਹ ਚੀਜ਼ ਆ, ਇਹ ਆਪਾਂ ਵਰਕਆਊਟ ਤੋਂ ਬਾਅਦ ਕਰਨੀ ਆ, ਪਹਿਲਾਂ ਨਹੀਂ। ਪਹਿਲਾਂ ਆਪਾਂ ਨੂੰ ਕਰਨ ਦੇ ਕੋਈ ਇਹਦੇ ਫਾਇਦੇ ਨਹੀਂ ਹੈਗੇ। ਕੁਆਡਸ ਦਾ ਕਰਕੇ ਦਿਖਾ ਦੇ ਪਿੰਕੇ, ਪੱਟ ਦੇ ਸਾਹਮਣੇ ਵਾਲੇ ਮਸਲ ਦਾ ਸਟੈਟਿਕ ਸਟ੍ਰੈਚ। ਆਹ ਚੀਜ਼ ਆ, ਤੁਸੀਂ ਹੋਲਡ ਕਰਕੇ ਖੜ ਗਏ ਨਾ, ਆਹ ਸਟੈਟਿਕ ਸਟ੍ਰੈਚ ਆ, ਇਹ ਵਰਕਆਊਟ ਤੋਂ ਪਹਿਲਾਂ ਨਹੀਂ ਕਰਨਾ, ਬਾਅਦ 'ਚੋਂ ਕਰਨਾ। ਜੇ ਮੈਂ ਹੁਣ ਇੱਥੇ ਕਹਾਂ ਇਹਦਾ ਡਾਇਨਾਮਿਕ ਕੀ ਆ ਪਿੰਕੇ, ਉਹ ਕਰਕੇ ਦਿਖਾ ਦੇ। ਆਹ ਚੀਜ਼, ਠੀਕ ਆ। ਸੋ ਇਹ ਡਾਇਨਾਮਿਕ ਚੀਜ਼ਾਂ ਨੇ। ਜਾਂ ਕੁਛ ਵੀ, ਜਾਂ ਰਨਿੰਗ ਕਰਨੀ, ਬਾਹਾਂ ਬੂਹਾਂ ਘੁਮਾਉਣੀਆਂ, ਗਰਦਨ ਘੁਮਾਉਣੀ ਜਾਂ ਮੋਢੇ ਘੁਮਾਉਣੇ, ਇੱਦਾਂ ਦੀ ਸਟ੍ਰੈਚਿੰਗ ਤੁਸੀਂ ਕਰਨੀ ਆ। ਇੱਕ ਬਾਈਸੈਪ ਦੀ ਸਟੈਟਿਕ ਕਰਕੇ ਦਿਖਾ ਦੇ ਪਿੰਕੇ। ਸੋ ਆਹ ਥੋੜ੍ਹਾ ਬਾਈਸੈਪ ਦਾ ਸਟੈਟਿਕ ਸਟ੍ਰੈਚ ਹੋ ਗਿਆ, ਠੀਕ ਆ। ਸੋ ਕਹਿਣ ਦਾ ਮਤਲਬ ਤੁਹਾਨੂੰ ਇਹੀ ਚੀਜ਼ ਸਮਝਾਉਣੀ ਸੀ ਕਿ ਸਟੈਟਿਕ ਤੇ ਡਾਇਨਾਮਿਕ 'ਚ ਫਰਕ ਕੀ ਆ। ਤੇ ਇੱਕ ਵਾਰ ਹੋਰ ਸੁਣ ਲਓ, ਡਾਇਨਾਮਿਕ ਕਰਨੇ ਨੇ ਪ੍ਰੀ ਵਰਕਆਊਟ ਤੇ ਸਟੈਟਿਕ ਕਰਨੇ ਨੇ ਪੋਸਟ ਵਰਕਆਊਟ। ਜਿਹੜੇ ਡਾਇਨਾਮਿਕ ਨੇ ਉਹ ਇੱਦਾਂ ਵੀ ਤੁਸੀਂ ਕਰ ਸਕਦੇ ਹੋ, ਜਿਵੇਂ ਪਿੰਕਾ ਹੁਣ ਉੱਧਰ ਨੂੰ ਭੱਜਿਆ ਜਾ ਰਿਹਾ, ਸਮਝ ਲਓ ਡਾਇਨਾਮਿਕ ਵਾਰਮ ਅਪ ਟਾਈਪ ਚੀਜ਼ ਹੋ ਰਹੀ ਆ। ਚਾਹੇ ਉਹ ਮੋਢੇ ਘੁਮਾਉਣੇ ਨੇ, ਤੁਹਾਡੇ ਸ਼ੋਲਡਰ ਘੁਮਾਉਣੇ ਨੇ, ਆਹ ਚੀਜ਼, ਠੀਕ ਆ। ਸੋ ਇਹ ਚੀਜ਼ਾਂ ਵਰਕਆਊਟ ਤੋਂ ਪਹਿਲਾਂ ਕਰਨੀਆਂ ਨੇ ਆਪਾਂ। ਤੇ ਹੁਣ ਆਪਾਂ ਗੱਲ ਕਰਦੇ ਹਾਂ ਪੋਸਟ ਵਰਕਆਊਟ ਸਟ੍ਰੈਚਿੰਗ ਦੀ, ਜਿਹਦੇ ਵਿੱਚ ਤੁਸੀਂ ਫਾਰਮ ਰੋਲਰ ਵੀ ਫੇਰ ਸਕਦੇ ਹੋ ਤੇ ਸਟ੍ਰੈਚਿੰਗ ਵੀ ਕਰ ਸਕਦੇ ਹੋ। ਉਹਦੇ ਤੁਹਾਨੂੰ ਕੀ ਫਾਇਦੇ ਨੇ ਤੇ ਉਹ ਕਿਵੇਂ ਕਰਨਾ, ਕਿਉਂਕਿ ਜਿਵੇਂ ਆਪਾਂ ਪਿੰਕੇ ਇੰਜਰੀ ਦੀ ਗੱਲ ਕਰਦੇ ਸੀ ਨਾ, ਵੀ ਕਿੱਥੇ ਤੱਕ ਤੁਸੀਂ ਸਟ੍ਰੈਚ ਕਰਨਾ, ਕਿੰਨਾ ਟਾਈਮ ਕਰਕੇ ਰੱਖਣਾ, ਉਹਦੇ ਬਾਰੇ ਤੁਹਾਨੂੰ ਡੀਪ ਇਨਫੋਰਮੇਸ਼ਨ ਦੇਣੀ ਆ। ਓਕੇ, ਸੋ ਹੁਣ ਤੁਸੀਂ ਡਾਇਨਾਮਿਕ ਸਟ੍ਰੈਚਿੰਗ ਤਾਂ ਦੇਖ ਲਈ। ਸੋ ਹੁਣ ਆਪਾਂ ਗੱਲ ਕਰਨੀ ਆ ਸਟੈਟਿਕ ਸਟ੍ਰੈਚ ਤੇ, ਕਿਉਂਕਿ ਜਿਮ ਲਾਉਣ ਦਾ ਤੁਹਾਨੂੰ ਬਹੁਤ ਸ਼ੌਂਕ ਹੁੰਦਾ, ਆਪਾਂ ਜਿਮ ਪੂਰੀ ਰੂਹ ਨਾਲ ਲਾਉਂਦੇ ਹਾਂ, ਪਰ ਆਪਾਂ ਸਟ੍ਰੈਚਿੰਗ ਨਹੀਂ ਕਰਦੇ। ਸੋ ਪਿੰਕੇ ਪਹਿਲਾਂ ਇੱਦਾਂ ਕਰਦੇ ਹਾਂ, ਆਪਾਂ ਲੈਗ ਦਾ ਹੈਮਸਟਰਿੰਗ ਦਾ ਸਟ੍ਰੈਚ ਕਰਕੇ ਦਿਖਾ ਦੇ ਮਿੱਤਰ ਨੂੰ, ਕਿੱਦਾਂ ਜਿਵੇਂ ਨੋਰਮਲ ਲੋਕ ਕਿਵੇਂ ਕਰਦੇ ਨੇ, ਪਹਿਲਾਂ ਉਹ ਦਿਖਾ ਦੇ। ਸੋ ਬੰਦਾ ਕੀ ਕਰਦਾ, ਪਹਿਲੀ ਆਹ ਚੀਜ਼ ਖਿੱਚਣ ਦੀ ਟਰਾਈ ਕਰਦਾ, ਇੱਥੇ ਥੋੜੇ ਪੇਨ ਹੁੰਦੀ ਆ। ਹੁਣ ਜਿਵੇਂ ਪਿੰਕਾ ਕਰ ਰਿਹਾ, ਇਹ ਗਲਤ ਤੁਹਾਨੂੰ ਕਰਕੇ ਦਿਖਾ ਰਹੇ ਹਾਂ, ਇੱਥੇ ਥੋੜੇ ਪੇਨ ਹੋਊਗੀ ਤੇ ਤੁਸੀਂ ਇੰਜਰੀ ਵੀ ਕਰਾਏਂਗੇ। ਉਹ 2 ਮਿੰਟ ਤੱਕ ਤੁਸੀਂ ਦੇਖਣਾ ਚੀਜ਼ ਪੈਂਦੀ, ਤੁਸੀਂ ਛੱਡ ਕੇ ਭੱਜ ਜਾਣਾ। ਹੁਣ ਜਿਹੜਾ ਅਸਲੀ ਜਿਹੜੀ ਟੈਕਨੀਕ ਆ ਸਟ੍ਰੈਚ ਕਰਨ ਦੀ ਕੀ ਆ, ਉਹ ਪਹਿਲਾਂ ਤੁਹਾਨੂੰ ਇੱਕ ਚੀਜ਼ ਸਮਝਣੀ ਪੈਣੀ ਆ। ਤੁਹਾਡੇ ਮਸਲ ਫਾਈਬਰ ਦੇ ਵਿੱਚ ਇੱਕ ਮਸਲ ਸਪਿੰਡਲ ਹੁੰਦਾ, ਜਿਹਨੇ ਤੁਹਾਡੇ ਸਪਾਈਨਲ ਕੋਰਡ ਦੇ ਥਰੂ
ਇੱਕ ਗੋਲਜੀ ਆਰਗਨ ਟੈਂਡਨ ਹੁੰਦਾ, ਉਹਦੇ ਨਾਲ ਕਨੈਕਟ ਹੋ ਕੇ ਤੁਹਾਡੇ ਬ੍ਰੇਨ ਨੂੰ ਸਿਗਨਲ ਦੇਣਾ ਕਿ ਤੁਹਾਡੀ ਜਿਹੜਾ ਮਸਲ ਆ ਉਹ ਕਿੱਥੇ ਤੱਕ ਸਟਰੈਚ ਕਰ ਪਾ ਰਿਹਾ। ਨਹੀਂ ਤਾਂ ਮੰਨ ਲਓ ਹੁਣ ਜੇ ਮੈਂ ਆਹ ਬਾਂਹ ਖੋਲਣੀ ਆ, ਮੈਂ ਪੂਰੀ ਬਾਂਹ ਖੋਲ ਦੇਵਾਂ, ਮੇਰੇ ਇੱਥੋਂ ਮਸਲ ਪਾੜ ਜਾਵੇ। ਜਦੋਂ ਆਪਾਂ ਖੋਲਦੇ ਹਾਂ ਬਾਂਹ ਜਾਂ ਸਟਰੈਚ ਕਰਦੇ ਹਾਂ, ਆਪਣੀ ਚੀਜ਼ ਪੈਂਦੀ ਹੈ ਨਾ, ਉਹ ਮਸਲ ਸਪਿੰਡਲ ਤੇ ਗੋਲਜੀ ਆਰਗਨ ਟੈਂਡਨ ਕਰਕੇ ਹੁੰਦਾ। ਉਹੀ ਤੁਹਾਡੇ ਬ੍ਰੇਨ ਨੂੰ ਦੱਸਦਾ ਕਿ ਇਦੋਂ ਬਾਅਦ ਤੁਹਾਡਾ ਮਸਲ ਨਹੀਂ ਜਾ ਸਕਦਾ, ਤੁਹਾਡੀ ਕਿੰਨੀ ਥ੍ਰੈਸ਼ ਹੋਲਡ ਆ, ਕਿੱਥੇ ਤੱਕ ਤੁਸੀਂ ਜਾ ਸਕਦੇ ਹੋ, ਨਹੀਂ ਤਾਂ ਬੰਦਾ ਮਸਲ ਪਾੜ ਲਵੇ। ਜਿਵੇਂ ਮੰਨ ਲਓ ਹੁਣ ਪਿੰਕੇ ਕਰ ਮਾੜਾ ਜਿਹਾ ਹੈਮਸਟਰਿੰਗ ਦਾ ਸਟਰੈਚ, ਜਿਵੇਂ ਸਾਹਮਣੇ ਨੂੰ ਹੁਣ ਪਿੰਕਾ ਜਾ ਰਿਹਾ, ਇੱਥੇ ਹੁਣ ਉਹੀ ਚੀਜ਼ ਹੋ ਗਈ ਜਿਵੇਂ ਤੁਹਾਨੂੰ ਸਾਇੰਸ ਬੇਸ ਸਮਝਾਇਆ ਸੀ। ਹੁਣ ਇੱਥੇ ਪਿੰਕੇ 'ਤੇ ਖਿੱਚ ਪੈਣ ਲੱਗ ਗਈ। ਇੱਥੇ ਤੁਹਾਡੇ ਤੁਸੀਂ ਕਰਨਾ ਕੀ ਆ, ਪਹਿਲੀ ਵਾਰੇ ਪੂਰੀ ਜ਼ੋਰ ਨਾਲ ਨਹੀਂ ਅੱਗੇ ਨੂੰ ਜਾਣਾ। ਇੱਥੇ ਜੇ ਤੁਹਾਨੂੰ ਪਤਾ ਲੱਗਣ ਲੱਗ ਗਿਆ ਕਿ ਇੱਥੇ ਮਾੜੀ ਜੀ ਅੱਗੇ ਹੋ ਕੇ ਤੁਹਾਡੇ ਪੇਨ ਫੀਲ ਹੋਈ ਆ, ਤਾਂ ਸਮਝ ਲਓ ਤੁਹਾਡੇ ਬ੍ਰੇਨ ਨੂੰ ਮਸਲ ਸਪਿੰਡਰ ਨੇ ਸਿਗਨਲ ਦਿੱਤਾ। ਫਿਰ ਤੁਸੀਂ ਉਹਦੇ ਰੁਕ ਜਾਣਾ। ਉੱਥੇ ਤੁਸੀਂ ਥੋੜ੍ਹਾ ਕੁ ਟਾਈਮ ਰੁਕੋ। ਥੋੜ੍ਹੇ ਕੁ ਟਾਈਮ ਦੇ ਵਿੱਚ ਬ੍ਰੇਨ ਨੇ ਤੁਹਾਡੇ ਮਸਲ ਨੇ ਤੁਹਾਡੇ ਬ੍ਰੇਨ ਨੂੰ ਸਿਗਨਲ ਦੇ ਦੇਣਾ ਕਿ ਹੁਣ ਬੰਦਾ ਸਟਰੈਚ ਕਰ ਰਿਹਾ। ਫਿਰ ਤੁਸੀਂ ਉਹਨੂੰ ਗਾਹਾਂ ਥੋੜ੍ਹਾ ਜਿਹਾ ਹੋਰ, ਪੇਨ ਨਹੀਂ ਉਨੀ ਹੋਊਗੀ, ਥੋੜ੍ਹਾ ਜਿਹਾ ਗਾਹਾਂ ਜਾ ਸਕਦੇ ਹੋ, ਮਤਲਬ ਤੁਹਾਡੀ ਸਟਰੈਚਿੰਗ ਗਾਹਾਂ ਵਧੂਗੀ। ਫਿਰ ਉਹਨੂੰ ਉੱਥੇ ਸਟਰੈਚ ਨੂੰ ਕਰਕੇ ਤੁਸੀਂ 30 ਸੈਕਿੰਡ ਹੋਲਡ ਕਰਨਾ। ਹੋਲਡ ਕਿੱਥੇ ਕਰਨਾ, ਜਿੱਥੇ ਤੁਹਾਨੂੰ ਪਤਾ ਲੱਗ ਗਿਆ ਮਸਲ ਦੇ ਪੇਨ ਹੁੰਦੀ ਆ, ਕਿਉਂਕਿ ਤੁਹਾਡੇ ਬ੍ਰੇਨ ਨੂੰ ਤੇ ਤੁਹਾਡੇ ਮਸਲ ਨੂੰ ਪਤਾ ਤੁਹਾਡਾ ਮਸਲ ਕਿੰਨਾ ਖੁੱਲਿਆ ਹੋਇਆ। ਹੁਣ ਪਿੰਕੇ ਨੂੰ ਆਲਮੋਸਟ 30 ਸੈਕਿੰਡ ਹੋ ਗਏ, ਇਹ ਹੁਣ ਉਹ ਪੇਨ ਤੇ ਖੜਾ, ਇਹਨੂੰ ਪਤਾ ਇਦੋਂ ਅੱਗੇ ਜਾਊਗਾ ਮਸਲ ਦੇ ਖਿੱਚ ਪਊਗੀ, ਇੰਜਰੀ ਹੋਊਗੀ। ਹੁਣ 30 ਸੈਕਿੰਡ ਹੋ ਗਏ ਪਿੰਕੇ ਤੈਨੂੰ, ਹੁਣ ਥੋੜ੍ਹਾ ਜਿਹਾ ਹੋਰ ਅੱਗੇ ਜਾ ਸਕਦਾ, ਕਿਉਂਕਿ ਟਰਾਈ ਕਰੋ ਥੋੜ੍ਹਾ ਹੋਰ ਅੱਗੇ ਜਾਓ। ਪਰ ਜੇ ਬਹੁਤ ਜ਼ਿਆਦਾ ਪੇਨ ਹੁੰਦੀ ਆ ਫਿਰ ਰੁਕ ਜਾਓ, ਕਿਉਂਕਿ ਫਿਰ ਤੁਹਾਡੇ ਮਸਲ ਨੇ ਤੁਹਾਡੇ ਬ੍ਰੇਨ ਨੂੰ ਸਿਗਨਲ, ਜਿਵੇਂ ਮੈਂ ਪਹਿਲਾਂ ਕਿਹਾ ਸੀ, ਭੇਜ ਦੇਣਾ ਕਿ ਇਦੋਂ ਵੱਧ ਸੇਫ ਨਹੀਂ ਤੁਹਾਡੇ ਲਈ। ਹੋ ਸਕਦਾ ਕੋਈ ਬੰਦਾ ਉਦੋਂ ਵੱਧ ਜਾ ਸਕੇ, ਪਰ ਤੁਹਾਡੇ ਅਕੋਰਡਿੰਗ ਉਹ ਤੁਹਾਡੇ ਮਸਲ ਦੀ ਲਿਮਟ ਆ, ਠੀਕ ਆ। ਉਹ ਹੌਲੀ ਹੌਲੀ ਵਧੂਗੀ, ਅੱਜੇ ਨਹੀਂ ਤੁਸੀਂ ਪੂਰਾ ਸਟਰੈਚ ਕਰਦੇ, ਪਿੰਕੇ ਰਿਲੈਕਸ ਹੋ ਜਾ। ਅਸੀਂ ਤੁਹਾਨੂੰ ਸਾਰੇ ਸਟਰੈਚ ਦੱਸ ਸਕਦੇ ਹਾਂ, ਚਾਹੇ ਉਹ ਤੁਹਾਡੇ ਹੈਮਸਟਰਿੰਗ ਦਾ, ਚਾਹੇ ਤੁਹਾਡੇ ਕੁਆਡਸ ਦਾ, ਚਾਹੇ ਉਹ ਤੁਹਾਡੇ ਸ਼ੋਲਡਰ ਦਾ, ਠੀਕ ਆ। ਪਰ ਉਹ ਤੁਸੀਂ ਸਿੰਪਲੀ ਗੂਗਲ 'ਤੇ ਸਰਚ ਕਰ ਲਿਓ ਕਿ ਸ਼ੋਲਡਰ ਦਾ ਸਟਰੈਚ ਕਿਹੜਾ, ਤੁਹਾਨੂੰ ਸਾਰੀ ਪਤਾ, ਬਹੁਤ ਆ ਜਾਣਗੇ, ਗ੍ਰਾਫ ਬਹੁਤ ਆ ਜਾਂਦੇ ਨੇ। ਪਰ ਅਸੀਂ ਤੁਹਾਨੂੰ ਮੇਨ ਚੀਜ਼ਾਂ ਦੱਸਣੀਆਂ ਨੇ ਕਿ ਹਾਂਜੀ ਤੁਹਾਡੀ ਸਟਰੈਚਿੰਗ ਕਿਉਂ ਨਹੀਂ ਵੱਧਦੀ। ਹੁਣ ਇਹਦੇ 'ਚ ਦੇਖੋ ਪਿੰਕੇ ਨੇ ਲੱਤ ਉੱਪਰ ਚੱਕੀ ਆ ਆਪਣੀ, ਜਿਵੇਂ ਸਮਝ ਲਓ ਕਿ ਹੈਮਸਟਰਿੰਗ ਦਾ ਸਟਰੈਚ ਆ, ਥੋੜ੍ਹੀ ਜੀ ਆਹ ਦੇਖੋ ਇੱਥੇ ਤੱਕ ਆ ਰਹੀ ਆ। ਹੋ ਸਕਦਾ ਕਈ ਬੰਦਿਆਂ ਦੀ ਇੱਥੇ ਹੀ ਆਵੇ, ਥੋੜ੍ਹੀ ਹੋਰ ਪਿੰਕੇ ਇੱਧਰ ਨੂੰ ਕਰ, ਇੱਥੇ ਹੀ ਆਵੇ। ਜਿਨ੍ਹਾਂ ਦੇ ਮਸਲ ਟਾਈਟ ਨੇ, ਘੱਟ ਖੁੱਲ੍ਹੇ ਨੇ, ਉਹ ਇੱਥੇ ਹੀ ਰੁਕ ਜਾਂਦੀ ਹੈ ਕਈਆਂ ਦੀ, ਠੀਕ ਆ। ਸੋ ਤੁਸੀਂ ਕੀ ਕਰਨਾ, ਇਹਨੂੰ ਹੌਲੀ ਹੌਲੀ ਪੁੱਲ ਕਰਨਾ ਬੈਕ ਨੂੰ। ਜੇ ਤੁਹਾਡੇ ਇੱਥੇ ਪੇਨ ਹੋਣ ਲੱਗ ਗਈ, ਇੱਥੇ ਰੋਕੋ, 20 ਸਕਿੰਟ ਰੋਕੋ, ਠੀਕ ਆ। ਬ੍ਰੇਨ ਨੂੰ ਸਿਗਨਲ ਆਉਣ ਦਿਓ, ਫਿਰ ਥੋੜ੍ਹਾ ਹੋਰ ਖਿੱਚ ਕੇ ਦੇਖੋ, ਠੀਕ ਆ। ਅਤੇ ਜਦੋਂ ਇੱਥੇ ਖਿੱਚੇਗੇ, ਜਿੱਥੇ ਤੁਹਾਨੂੰ ਲੱਗਿਆ ਕਿ ਹਾਂ ਯਾਰ ਸਾਡੀ ਉੱਥੇ ਲਿਮਟ ਆ, ਉੱਥੇ 30 ਸੈਕਿੰਡ ਹੋਲਡ ਕਰਕੇ ਰੱਖੋ, ਠੀਕ ਆ। ਫਿਰ ਥੋੜ੍ਹਾ ਹੌਲੀ ਹੌਲੀ ਮਸਲ ਖੋਲ੍ਹਣ ਲੱਗ ਜਾਓ। ਹੁਣ ਮਸਲ ਨੂੰ ਖੋਲ੍ਹਣਾ ਕਿਉਂ, ਇੱਕ ਤਾਂ ਇਹਦੇ ਨਾਲ ਰਿਕਵਰੀ ਹੁੰਦੀ ਆ, ਪੋਸਟ ਵਰਕਆਊਟ ਕਰਨੀ ਆਪਾਂ ਸਟੈਟਿਕ। ਇੱਕ ਜੇ ਤੁਹਾਡਾ ਮਸਲ ਖੁੱਲੂਗੀ ਨਹੀਂ, ਹੁਣ ਦੇਖੋ ਤੁਹਾਡੇ ਮਸਲ ਦੀ ਗਰੋਥ ਹੁੰਦੀ ਕਿਉਂ ਨਹੀਂ, ਮੰਨ ਲਓ ਜੇ ਤੁਹਾਡੀ ਇੱਥੇ ਤੱਕ ਲੱਤ ਖੁੱਲ੍ਹ ਰਹੀ ਆ, ਠੀਕ ਆ। ਕਈ ਬੰਦੇ ਹੁਣ ਵੀ ਕਿ ਤੂੰ ਖੁੱਲ੍ਹੀ ਜਿੱਥੇ ਤੱਕ ਤੇਰੀ ਖੁੱਲ੍ਹਦੀ ਹੈ ਲੈਗ, ਕਈ ਬੰਦੇ ਇੱਥੇ ਤੱਕ ਖੁੱਲ੍ਹੀ ਬੈਠੇ ਨੇ। ਇਹਦਾ ਮਤਲਬ ਇਹਦਾ ਹੈਮਸਟਰਿੰਗ ਮਸਲ ਜ਼ਿਆਦਾ ਗਰੋ ਕਰੂਗਾ, ਇਹ ਮਸਲ ਨੂੰ ਜ਼ਿਆਦਾ ਖਿੱਚ ਰਿਹਾ, ਇਹਦੀ ਲਿਮਟ ਇੱਥੇ ਤੱਕ ਵਧੀ ਹੋਈ ਆ। ਸੋ ਇਹਦੇ ਨਾਲੇ ਮਸਲ ਗਰੋਥ ਹੁੰਦੀ ਆ, ਇਹਦੇ ਨਾਲੇ ਮਸਲ ਰਿਕਵਰੀ ਹੁੰਦੀ ਆ। ਅਤੇ ਜੇ ਕਿਤੇ ਮੈਚ ਦੇ ਵਿੱਚ ਵੀ ਜਾਂ ਉੱਦਾਂ ਵੀ ਹੈਮਸਟਰਿੰਗ ਲਾਉਂਦੇ ਪਿੰਕੇ ਦੀ ਲੱਤ ਇੰਨੀ ਖੁੱਲ੍ਹ ਗਈ ਤਾਂ ਕਦੇ ਇਹਦੇ ਇੰਜਰੀ ਨਹੀਂ ਹੋਊਗੀ, ਕਿਉਂਕਿ ਇਹਨੇ ਪਹਿਲਾਂ ਆਪਣੀ ਲੱਤ ਇੱਥੇ ਤੱਕ ਖੋਲ੍ਹੀ ਹੋਈ ਆ, ਠੀਕ ਹੈ। ਹੁਣ ਸਪੋਜ਼ ਕਰੋ ਕਈ ਬੰਦੇ ਪਿੰਕੇ ਰਿਲੈਕਸ ਹੋ ਜਾ, ਕਈ ਬੰਦੇ ਪਿੰਕੇ ਸਕੁਆਟ ਲਾਉਂਦੇ ਨੇ, ਮੰਨ ਲਾ ਉਹਨਾਂ ਤੋਂ ਇੱਥੇ ਤੱਕ ਜਾ ਹੁੰਦਾ, ਇੱਦੋਂ ਥੱਲੇ ਕਹਿੰਦੇ ਨੇ ਇੱਥੇ ਪੇਨ ਹੋ ਗਈ, ਕਿਉਂ ਹੁੰਦੀ ਆ, ਇਹਦੇ ਕਰਕੇ। ਜੇ ਤੁਸੀਂ ਜਿਵੇਂ ਪਿੰਕੇ ਨੇ ਲੱਤ ਪੂਰੀ ਖੋਲ੍ਹੀ ਸੀ, ਇੰਨੀ ਸਟਰੈਚਿੰਗ ਕਰਦੇ ਰਹੋਗੇ, ਫਿਰ ਤੁਸੀਂ 90 ਡਿਗਰੀ ਤੱਕ ਆਰਾਮ ਨਾਲ ਜਾਏਂਗੇ ਉਹ ਸਕੁਆਟ ਦੇ ਵਿੱਚ, ਫਿਰ ਨਾਲੇ ਕੋਈ ਇੰਜਰੀ ਨਹੀਂ ਹੋਊਗੀ, ਫਿਰ ਤੁਹਾਡਾ ਮਸਲ ਵੀ ਖੁੱਲੂਗਾ, ਕਿਉਂਕਿ ਪੂਰੀ ਤੁਹਾਡੀ ਰੇਂਜ ਆਫ ਮੋਸ਼ਨ ਬਣਦੀ ਆ। ਇੱਕ ਤਾਂ ਹੁਣ ਤੁਸੀਂ ਇੱਥੇ ਪੂਰੀ ਸਕੁਆਟ ਲਾ ਰਹੇ ਹੋ, ਇੱਕ ਤੁਹਾਡੇ ਤੋਂ ਇੱਥੇ ਹੀ ਜਾ ਹੁੰਦਾ। ਇੱਦਾਂ ਕਈਆਂ ਦੀ ਬਾਹਾਂ ਇੱਥੇ ਤੱਕ ਖੋਲ੍ਹਦੀਆਂ ਨੇ, ਪਿੰਕੇ ਸਿੱਧੀ ਨਹੀਂ ਹੁੰਦੀ। ਹੁਣ ਦੇਖੋ ਜੇ ਤੁਸੀਂ ਬਾਈਸੈਪ ਲਾਉਣਾ, ਤੁਸੀਂ ਪੂਰਾ ਕੰਟਰੈਕਸ਼ਨ ਕਰਦੇ ਹੋ ਅਤੇ ਪੂਰੀ ਉਹਨੂੰ ਸਟਰੈਚ ਕਰਦੇ ਹੋ। ਕਈ ਬੰਦੇ ਤਾਂ ਇੱਥੇ ਤੱਕ ਇੱਦਾਂ ਬਾਂਹ ਹੀ ਰਹਿੰਦੀ ਹੁੰਦੀ ਆ। ਮਤਲਬ ਕੋਈ ਵੀ ਆ ਤੁਹਾਡੀ, ਕੋਈ ਵੀ ਮਸਲਾ ਆ, ਤੁਹਾਡਾ ਸ਼ੋਲਡਰ ਆ, ਠੀਕ ਆ, ਤੁਹਾਡੀ ਚੈਸਟ ਆ, ਜੇ ਉਹ ਖੁੱਲੂਗੀ ਉਹਦੀ ਸਟਰੈਚਿੰਗ ਕਰੇਂਗੇ। ਪਿੰਕੇ ਇੱਥੇ ਚੈਸਟ ਦੀ ਸਟਰੈਚ ਸਟੈਟ ਕਰਕੇ ਦਿਖਾ ਦੇ। ਇੱਥੇ ਹੁਣ ਆਪਾਂ ਤੁਹਾਨੂੰ ਚੈਸਟ ਦੀ ਸਟਰੈਚ ਦਿਖਾਉਣੀ ਆ। ਸੋ ਕਿਤੇ ਵੀ ਤੁਸੀਂ ਪੋਲ ਨਾਲ ਇੱਦਾਂ ਕਰ ਸਕਦੇ ਹੋ, ਪਰ ਇਹ ਪੋਸਟ ਵਰਕਆਊਟ ਕਰਨਾ, ਜਿਹੜਾ ਸਟੈਟਿਕ ਸਟਰੈਚ ਆ ਇਹ। ਹੁਣ ਪਿੰਕੇ ਥੋੜ੍ਹੀ ਇਹਨੂੰ ਖਿੱਚ ਪਾ, ਇੱਧਰ ਨੂੰ ਖਿੱਚ ਰਿਹਾ ਜੇ ਪਿੰਕਾ। ਸੋ ਆਹ ਤੁਹਾਡੀ ਹੁਣ ਚੈਸਟ ਦੀ ਸਟਰੈਚ ਹੋ ਰਹੀ ਆ। ਹੁਣ ਵਰਕਆਊਟ ਤੋਂ ਬਾਅਦ ਆ ਮਸਲ ਤੁਹਾਡਾ ਟਾਈਟ ਆ, ਇਹ ਰਿਲੈਕਸ ਹੋਊਗਾ, ਠੀਕ ਆ। ਫਾਰਮ ਰੋਲਰ ਦੀ ਬਾਅਦ ਚੋਂ ਗੱਲ ਕਰਦੇ ਹਾਂ, ਪਰ ਪਹਿਲਾਂ ਸਟਰੈਚ ਦੀ ਗੱਲ ਕਰ ਲਈਏ। ਜੇ ਹੁਣ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਡੇ ਪੇਨ ਹੋ ਗਈ, ਠੀਕ ਆ, ਫਿਰ ਤੁਸੀਂ ਉਹਨੂੰ ਉੱਥੇ ਤੱਕ ਹੋਲਡ ਕਰਕੇ ਰੱਖਣਾ। ਹੌਲੀ ਹੌਲੀ ਥੋੜ੍ਹੀ ਜਿਹੀ ਜ਼ਿਆਦਾ ਸਟਰੈਚ ਕਰ ਸਕਦੇ ਹੋ, ਪਰ ਐਕਸਟਰਾ ਸਟਰੈਚ ਨਹੀਂ ਕਰਨਾ। ਜੇ ਚੀਜ਼ ਪੈਂਦੀ ਉਹਨੂੰ ਹੋਲਡ ਕਰਕੇ ਰੱਖੋ, ਜਿਵੇਂ ਅਸੀਂ ਕਿਹਾ ਸੀ ਕਿ ਹੌਲੀ ਹੌਲੀ ਤੁਹਾਡੀ ਉਹ ਵਧੂਗੀ, ਤੁਹਾਡੇ ਮਸਲ ਦਾ ਜਿਹੜੀ ਖੁੱਲ੍ਹਣਗੇ ਤੁਹਾਡੇ ਮਸਲ, ਠੀਕ ਆ। ਸੋ ਇੱਕ ਨੇ ਪਿੰਕੇ ਸ਼ੋਲਡਰ ਦਾ ਸਟਰੈਚ ਕਰਕੇ ਦਿਖਾ ਦੇ। ਸੋ ਹੁਣ ਪਿੰਕਾ ਕਰ ਰਿਹਾ ਬੈਕ ਸ਼ੋਲਡਰ ਦਾ ਸਟਰੈਚ। ਸੋ ਇੱਥੇ ਨੂੰ ਹੋਲਡ ਕਰਕੇ ਰੱਖਣਾ, ਠੀਕ ਆ। ਬੈਕ ਸ਼ੋਲਡਰ ਦਾ ਸਟਰੈਚ ਹੋ ਰਿਹਾ, ਤਾਂ ਹੀ ਤੁਹਾਡੇ ਸ਼ੋਲਡਰ ਦੀ ਗਰੋਥ ਹੋਊ, ਕਿਉਂਕਿ ਉਹ ਖੁੱਲੂਗਾ। ਇੱਦਾਂ ਹੀ ਪਿੰਕੇ ਹੁਣ ਬਾਈਸੈਪ ਤੇ ਫਰੰਟ ਸ਼ੋਲਡਰ ਦਾ ਕਰਕੇ ਦਿਖਾ ਦੇ। ਹੁਣ ਆਹ ਜੀ ਦੇਖੋ, ਆਹ ਪਿੰਕੇ ਦਾ ਬਾਈਸੈਪ ਸਟਰੈਚ ਹੋ ਰਿਹਾ, ਠੀਕ ਆ। ਨਾਲੇ ਫਰੰਟ ਸ਼ੋਲਡਰ ਥੋੜ੍ਹਾ ਖਿੱਚ ਲੈਨੂੰ ਇੱਧਰ ਨੂੰ, ਆਹ ਥੋੜ੍ਹਾ ਜਿਹਾ ਇੱਥੇ ਖਿੱਚਿਆ ਗਿਆ, ਫਰੰਟ ਸ਼ੋਲਡਰ ਦਾ ਵੀ ਹੋ ਰਿਹਾ, ਠੀਕ ਆ। ਟਰਾਈਸੈਪ ਦਾ ਵੀ ਪਿੰਕੇ ਕਰਕੇ ਦਿਖਾ ਦੇ ਸਟੈਟਿਕ ਸਟਰੈਚ। ਸੋ ਆਹ ਹੈਗਾ ਟਰਾਈਸੈਪ ਦਾ ਸਟਰੈਚ। ਤੁਹਾਡਾ ਟਰਾਈਸੈਪ ਨੂੰ ਸਟੈਟਿਕ ਸਟਰੈਚ ਦੇਣਾ, ਖਿੱਚ ਕੇ ਰੱਖਣਾ। ਆ ਜਾ ਪਿੰਕੇ। ਹੁਣ ਜਦੋਂ ਵੀ ਇਹ ਸਾਰੇ ਸਟਰੈਚ ਤੁਸੀਂ ਕਰਦੇ ਹੋ, ਇਹਦੇ ਵਿੱਚ ਮੇਨ ਇੱਕ ਚੀਜ਼ ਜ਼ਰੂਰ ਦੇਖਣੀ ਹੈ ਤੁਸੀਂ,
ਸਾਹ, ਬਰੀਥਿੰਗ ਹੋਲਡ ਨਹੀਂ ਕਰਨਾ, ਕਿਉਂਕਿ ਜਦੋਂ ਵੀ ਤੁਸੀਂ ਕੋਈ ਵੀ ਸਟਰੈਚ ਕਰਦੇ ਹੋ ਤੁਹਾਡੀ ਜਿਹੜੀ ਮਸਲ ਦੇ ਵਿੱਚ ਆਕਸੀਜਨ ਜਾਣੀ ਚਾਹੀਦੀ ਹੈ, ਤਾਂ ਹੀ ਤੁਹਾਡਾ ਜਿਹੜਾ ਜਿਮ ਤੋਂ ਬਾਅਦ ਤੁਸੀਂ ਲਾਉਂਦੇ ਹੋ ਤੁਹਾਡੇ ਲੈਕਟਿਕ ਐਸਿਡ ਬਿਲਡਅਪ ਹੋ ਜਾਂਦਾ, ਫਿਰ ਉਹ ਰਿਮੂਵ ਹੋਊਗਾ। ਹੁਣ ਮੰਨ ਲਓ ਕਿ ਪਿੰਕੇ ਚੈਸਟ 'ਤੇ ਲਾਉਣਾ, ਚੈਸਟ ਲਾ ਕੇ ਮਾੜਾ ਜਿਹਾ ਸਾਹ ਲੈ ਕੇ ਦਿਖਾ ਦੇ ਵੀ ਕਿੱਦਾਂ ਆਪਾਂ ਹੈ ਨਾ ਜਿਹੜੀ ਬਰੀਥਿੰਗ ਜਿਹੜੀ ਆਕਸੀਜਨ ਅੰਦਰ ਲੈਣੀ ਆ, ਜਿਵੇਂ ਆਹ ਕਰ ਰਿਹਾ ਐਂ ਸਾਹ ਲੈਣਾ, ਠੀਕ ਆ। ਸੋ ਕਈ ਬੰਦੇ ਕੀ ਕਰਦੇ ਨੇ ਉਹਨੂੰ ਹੋਲਡ ਕਰ ਲੈਂਦੇ ਨੇ ਸਾਹ ਨੂੰ। ਮੰਨ ਲਓ ਹੁਣ ਤੁਸੀਂ ਆ ਜਾ ਪਿੰਕੇ ਰਿਲੈਕਸ ਹੋ ਜਾ, ਕਿ ਮੰਨ ਲਓ ਤੁਸੀਂ ਹੈ ਨਾ ਆਹ ਕੁਆਟਸ ਦਾ ਹੀ ਕਰ ਰਹੇ ਹੋ, ਕਈ ਵਾਰ ਆਪਾਂ ਪਿੰਕੇ ਇੱਦਾਂ ਨਹੀਂ ਕਰਦੇ ਕਿ ਐਂ ਕਰਕੇ ਆਪਾਂ ਐਂ ਬੰਦਾ ਕਾਸ ਲੈਂਦਾ ਸਾਹ ਹੋਲਡ ਕਰ ਲੈਂਦਾ, ਉਹਦਾ ਕੋਈ ਫਾਇਦਾ ਨਹੀਂ। ਜਦੋਂ ਤੁਸੀਂ ਸਟਰੈਚਿੰਗ ਕਰਨੀ ਹੈ ਇੱਦਾਂ ਕਰਕੇ ਜਿਵੇਂ ਪਿੰਕੇ ਨੇ ਕਰੀ ਚੈਸਟ ਦਾ, ਤੁਸੀਂ ਆਪਣੇ ਅੰਦਰ ਮਸਲ ਦੇ ਵਿੱਚ ਆਕਸੀਜਨ ਲੈ ਕੇ ਜਾਣੀ ਹੈ। ਕੋਈ ਵੀ ਸਟਰੈਚ ਕਰਨਾ ਸਾਹ ਨਹੀਂ ਹੋਲਡ ਕਰਨਾ, ਠੀਕ ਆ। ਸੋ ਇਹ ਸਾਰੀ ਸਟਰੈਚ ਨੇ, ਚਾਹੇ ਹੁਣ ਤੁਸੀਂ ਕੁਆਡ ਦਾ ਦਿਖਾਇਆ ਪਿੰਕੇ ਨੇ ਤੁਹਾਨੂੰ, ਹੈਮਸਟਰਿੰਗ ਦਾ ਦਿਖਾਇਆ, ਜਾਂ ਫਿਰ ਤੁਹਾਨੂੰ ਚੈਸਟ ਦੇ ਨੇ, ਸ਼ੋਲਡਰ ਦੇ ਨੇ, ਕੋਈ ਬੜੀ ਗੱਲ ਨਹੀਂ, ਨੋਰਮਲ ਬਥੇਰੇ ਚਾਰਟ ਪਏ ਨੇ ਗੂਗਲ 'ਤੇ, ਤੁਸੀਂ ਸਾਰੇ ਸਟਰੈਚ ਕੱਢ ਕੇ ਦੇ ਸਕਦੇ ਹੋ। ਪਰ ਅਸੀਂ ਤੁਹਾਨੂੰ ਸਮਝਾਉਣਾ ਸੀ ਫਾਇਦੇ ਕੀ ਨੇ। ਹੁਣ ਆਪਾਂ ਗੱਲ ਕਰਦੇ ਹਾਂ ਫਾਰਮ ਰੋਲਰ ਦੀ, ਕਿਉਂਕਿ ਇਹ ਵੀ ਜ਼ਿਆਦਾ ਜ਼ਰੂਰੀ ਆ। ਇੱਕ ਗੱਲ ਦਾ ਯਕੀਨ ਕਰਿਓ ਮਿੱਤਰੋ, ਜੇ ਤੁਸੀਂ ਮੰਨ ਲਓ 50 ਮਿੰਟ ਵਰਕਆਊਟ ਕਰਦੇ ਹੋ ਤਾਂ ਉਹਦੇ ਬਾਅਦ ਤੁਸੀਂ 10-15 ਮਿੰਟ ਇਹਨੂੰ ਦੇਂਗੇ ਹੋ ਤਾਂ ਤੁਹਾਡਾ ਉਹ ਸਾਰਾ ਵਰਕਆਊਟ ਤੁਹਾਡੇ ਲੇਖੇ ਲੱਗੂਗਾ। ਕਹਿਣ ਦਾ ਮਤਲਬ ਵੀ ਕਈ ਵਾਰ ਆਪਣੇ ਕੋਲ ਘੰਟੇ ਹੀ ਹੁੰਦਾ, ਆਪਾਂ ਜਿੰਮ ਲਾ ਕੇ ਨਿਕਲਣ ਦੀ ਕਰਦੇ ਹਾਂ, ਚਾਹੇ 10 ਮਿੰਟ ਜਿੰਮ ਘਟਾ ਲਓ, ਪਰ ਜੇ ਆਹ ਚੀਜ਼ ਨਹੀਂ ਕਰੀ ਮਸਲ ਨਹੀਂ ਖੁੱਲ੍ਹਣੇ, ਮਸਲ ਦੀ ਗਰੋਥ ਨਹੀਂ ਹੋਣੀ, ਨਾਲੇ ਰਿਕਵਰੀ ਨਹੀਂ ਹੋਣੀ। ਜਿਹੜੇ ਟੌਪ ਦੇ ਪ੍ਰੋ ਐਥਲੀਟ ਨੇ ਨਾ, ਉਹ ਫਾਰਮ ਰੋਲਰ ਸਟਰੈਚਿੰਗ ਕਈ ਵਾਰ ਮਾਲਸ਼ ਵੀ ਕਰਾ ਕੇ ਆਉਂਦੇ ਨੇ, ਦੇਖਿਆ ਹੁਣ ਜਿਵੇਂ ਪਿੰਕੇ ਉਹ ਇਦਾਂ ਮਾਲਸ਼ ਕਰਦੇ ਨੇ, ਜਿਵੇਂ ਪਿੰਕੇ ਦੀ ਚੈਸਟ ਆ, ਦੇਖਿਆ ਤੁਸੀਂ ਉਹ ਇਦਾਂ ਘੁਮਾ ਕੇ ਇਦਾਂ ਕਰਦੇ ਨੇ ਮਸਲਾਂ ਨੂੰ, ਉਹਦੇ ਨਾਲ ਮਸਲ ਨਾਲ ਤਾਂ ਖੁੱਲ੍ਹਦਾ, ਨਾਲੇ ਤੁਹਾਡੇ ਮਸਲ ਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਫਾਰਮ ਰੋਲਰ ਵੀ ਸੇਮ ਚੀਜ਼ ਆ। ਮੈਂ ਤੁਹਾਨੂੰ ਹੱਥ ਨਾਲ ਕਰਕੇ ਦਿਖਾਉਣਾ, ਕਿਉਂਕਿ ਕਈ ਵਾਰ ਤੁਹਾਡੇ ਕੋਲ ਕੋਈ ਮਾਲਸ਼ ਵਾਲਾ ਬੰਦਾ ਹੋਊਗਾ, ਜਾਂ ਇੱਕ ਦੂਜੇ ਦੀ ਕਰ ਲਿਆ ਕਰੋ। ਜਦੋਂ ਆਹ ਚੀਜ਼ ਕਰਦੇ ਹੋ ਦੇਖੋ ਮਸਲ ਦੇ ਵਿੱਚ ਕਿੰਨੀ ਨਿਊਟ੍ਰੀਸ਼ਨ ਜਾਊਗੀ। ਮਾਲਸ਼ ਕਰਦੇ ਬੰਦਿਆਂ ਦੇ ਮਸਲ ਫੁੱਲ ਜਾਂਦੇ ਨੇ। ਜਦੋਂ ਮੈਂ ਫਾਰਮ ਰੋਲਰ ਵੀ ਫੇਰਦਾ ਨਾ ਜਿਮ ਦੇ ਵਿੱਚ ਦੇਖੀ ਤਾਂ ਮਸਲ ਪੰਪ ਹੋ ਜਾਂਦੇ ਨੇ, ਕਿਉਂਕਿ ਪ੍ਰੋਪਰ ਤੁਹਾਡੇ ਹੁਣ ਬਲੱਡ ਦੇ ਵਿੱਚ ਨਿਊਟ੍ਰੀਐਂਟ, ਆਕਸੀਜਨ, ਕਾਰਬ, ਪ੍ਰੋਟੀਨ ਸਾਰਾ ਕੁਝ ਫਿਰਦਾ ਹੁੰਦਾ। ਜਦੋਂ ਤੁਸੀਂ ਆਹ ਚੀਜ਼ ਕਰਕੇ ਫਾਰਮ ਰੋਲਰ ਕਰਕੇ ਤੇ ਫੇਰਦੇ ਹੋ ਪ੍ਰੋਪਰ ਮਸਲਾਂ ਦੇ ਵਿੱਚ ਉਹ ਡਿਲੀਵਰ ਹੁੰਦੀ ਹੈ ਚੀਜ਼। ਓਕੇ ਪਿੰਕੀ ਕੁਇੱਕ ਜਿਹਾ ਨਾ ਸਾਰੇ ਮਸਲਾਂ 'ਤੇ ਫਾਰਮ ਰੋਲਰ ਕਰਕੇ ਦਿਖਾ ਦੇ, ਕਿਉਂਕਿ ਕਰਨਾ ਤੁਸੀਂ ਉਹੀ ਮਸਲ 'ਤੇ ਆ ਜਿਹੜੇ ਮਸਲ ਦਾ ਤੁਸੀਂ ਵਰਕ ਕਰਨਾ। ਮੰਨ ਲਓ ਅੱਜ ਲੈਗ ਲਾਇਆ, ਤੁਸੀਂ ਲੈਗ 'ਤੇ ਕਰ ਲੈਣਾ, ਵੱਧ ਤੋਂ ਵੱਧ 5-7 ਮਿੰਟ ਲੱਗਦੇ ਨੇ। ਓਕੇ ਪਿੰਕੇ ਬੈਕ ਸਾਰੇ ਮਸਲਾਂ 'ਤੇ ਕਰਕੇ ਦਿਖਾ ਦੇ ਲੈਗ ਦੇ। ਸੋ ਆਹ ਚੀਜ਼ ਆ ਇਹ, ਜਿਵੇਂ ਮੈਂ ਤੁਹਾਨੂੰ ਸਟੈਟਿਕ ਸਟਰੈਚ ਦੀ ਕਿਹਾ ਸੀ ਤੁਹਾਡੇ ਪੇਨ ਹੋਊਗੀ, ਇੱਦਾਂ ਹੀ ਜਦੋਂ ਤੁਸੀਂ ਕਿਸੇ ਵੀ ਮਸਲ 'ਤੇ ਪਹਿਲਾਂ ਫਾਰਮ ਰੋਲਰ ਕਰੇਂਗੇ ਤੁਹਾਡੇ ਪੇਨ ਫੀਲ ਕਰੇਂਗੇ ਤੁਸੀਂ। ਪਰ ਉਹੀ ਤਾਂ ਗੱਲ ਆ, ਉੱਥੇ ਹੀ ਆਪਾਂ ਛੱਡ ਜਾਂਦੇ, ਛੱਡ ਯਾਰ ਵੀ ਇਹਦਾ ਔਖਾ ਕੰਮ ਆ। ਪਰ ਜਿਵੇਂ ਕਰੀ ਜਾਏਂਗੇ ਤੁਹਾਡਾ ਮਸਲ ਖੁੱਲ੍ਹੀ ਜਾਊਗਾ, ਕਿਉਂਕਿ ਹੁਣ ਚਾਹੇ ਪਿੰਕਾ ਕੋਈ ਵੀ ਮਸਲ 'ਤੇ ਇਹ ਚੀਜ਼ ਫੇਰ ਰਿਹਾ, ਚੱਲ ਪਿੰਕੇ ਹੈਮਸਟਰਿੰਗ 'ਤੇ ਕਰ ਲਾ ਸਾਰੇ 'ਤੇ, ਮੰਨ ਲਓ ਕਿਸੇ ਵੀ ਮਸਲ 'ਤੇ ਆਹ ਚੀਜ਼ ਫੇਰ ਰਿਹਾ, ਮਸਲ ਖੁੱਲ੍ਹ ਰਹੇ ਨੇ। ਜਿਵੇਂ ਮੈਂ ਤੁਹਾਨੂੰ ਲਾਸਟ ਵੀਡੀਓ 'ਚ ਕਿਹਾ ਸੀ, ਤੁਹਾਡੇ ਜਦੋਂ ਵਰਕਆਊਟ ਕਰਦੇ ਹੋ ਮਸਲ ਟਾਈਟ ਹੋ ਜਾਂਦਾ, ਕਸਿਆ ਜਾਂਦਾ, ਠੀਕ ਆ। ਉਹਦੀ ਰਿਕਵਰੀ ਦੀ ਲੋੜ ਹੁੰਦੀ ਆ, ਕਿਉਂਕਿ ਲੈਕਟਿਕ ਐਸਿਡ ਬਿਲਡਅਪ ਹੋ ਜਾਂਦਾ, ਮਸਲ ਟਾਈਟ ਹੋ ਜਾਂਦਾ, ਜ਼ਰੂਰੀ ਆ ਚੀਜ਼ ਕਰਨੀ। ਓਕੇ ਪਿੰਕੇ ਸੋ ਹੁਣ ਆਪਾਂ ਪੱਟ ਦੇ ਸਾਈਡ ਵਾਲੇ ਮਸਲ 'ਤੇ ਕਰਕੇ ਦਿਖਾ ਦੇ, ਚਾਰੇ ਪਾਸੇ ਨੂੰ ਘੁਮਾ ਲਿਆ ਕਰੋ। ਪਹਿਲਾਂ ਆਪਾਂ ਪਿਛਲੇ ਮਸਲਾਂ 'ਤੇ ਕਰਿਆ ਹੈਮਸਟਰਿੰਗ ਦੇ, ਬਾਹਲਾ ਇਹਨੂੰ ਸਿਸਟਮ ਨੂੰ ਕੰਪਲੀਕੇਟਡ ਨਹੀਂ ਬਣਾਉਣਾ। ਸਾਈਡ ਵਾਲੇ ਮਸਲਾਂ 'ਤੇ ਬਹੁਤ ਪੇਨ ਹੋਊਗੀ, ਜਿਵੇਂ ਆਪਾਂ ਕਹਿੰਦੇ ਯਾਰ ਫੱਟੀ ਜੀ ਦੇ, ਪਰ ਜਿਵੇਂ ਕਰੀ ਚੱਲੇਂਗੇ ਉਹ ਥੋੜੀ ਬੋਡੀ ਯੂਜ਼ ਟੂ ਹੋਈ ਚੱਲੂਗੀ, ਠੀਕ ਆ। ਸਾਈਡ ਮਸਲ ਹੋ ਗਏ। ਓਕੇ ਪਿੰਕੇ ਫਰੰਟ ਵਾਲੇ 'ਤੇ ਵੀ ਕਰਕੇ ਦਿਖਾ ਦੇ। ਦੇਖੋ ਬੈਕ ਹੋ ਗਿਆ, ਸਾਈਡ ਮਸਲ ਸਾਰੇ ਕਵਰ ਹੋ ਗਏ। ਜਿਵੇਂ ਮੈਂ ਕਿਹਾ ਸੀ 30 ਤੋਂ ਲੈ ਕੇ 40 ਸੈਕਿੰਡ ਤੱਕ ਕਰਦੇ ਰਹਿਣਾ। ਸੋ ਆ ਗਿਆ ਪੱਟ ਦਾ ਸਾਹਮਣੇ ਵਾਲਾ ਮਸਲ, ਕੁਆਡ ਮਸਲ ਜਿਹਨੂੰ ਆਪਾਂ ਕਹਿੰਦੇ ਆ। ਪ੍ਰੋਪਰ ਇਹਨੂੰ ਇੱਦਾਂ ਥੋੜ੍ਹਾ ਬਹੁਤਾ ਘੁਮਾ ਕੇ ਤਾਂ ਕਿ ਸਾਰੇ ਮਸਲ ਕਵਰ ਹੋ ਜਾਣ, ਫਰੰਟ 'ਤੇ ਫੇਰ ਲਿਆ ਕਰੋ। ਜਿਵੇਂ ਮੈਂ ਕਿਹਾ ਸੀਗਾ ਕਿ ਤੁਸੀਂ 1-2 ਸੈੱਟ ਲਾ ਸਕਦੇ ਹੋ, 30 ਤੋਂ ਲੈ ਕੇ 40 ਸੈਕਿੰਡ ਤੱਕ ਫੇਰ ਲਿਆ ਕਰੋ। ਨਾਲ ਦੀ ਨਾਲ ਆਪਣਾ ਰਿਲੈਕਸ ਹੋਇਆ ਕਰੋ, ਸਾਹ ਲਿਆ ਕਰੋ, ਤਾਂ ਕਿ ਤੁਹਾਡਾ ਮਸਲ ਰਿਕਵਰ ਹੋਵੇ। ਤਾਂ ਹੀ ਆਪਾਂ ਕਹਿੰਦੇ ਕਿ ਲੈਗ ਦਰਦ ਕਰਦਾ, ਮਸਲ ਦਰਦ ਕਰਦਾ, ਰਿਕਵਰੀ ਨਹੀਂ ਹੁੰਦੀ, ਉਹ ਖੁੱਲ੍ਹਦੇ ਨਹੀਂ, ਮਸਲ ਦਾ ਸਾਈਜ਼ ਨਹੀਂ ਵੱਧਦਾ, ਕਿਉਂਕਿ ਸਟਰੈਚਿੰਗ ਤੇ ਫਾਰਮ ਰੋਲਰ ਫੇਰਦੇ ਨਹੀਂ ਹੈਗੇ, ਠੀਕ ਆ। ਸੋ ਹੁਣ ਬੈਕ ਦਾ ਹੋ ਗਿਆ ਸੀ, ਪੱਟ ਦਾ ਸਾਹਮਣੇ ਹੋ ਗਿਆ। ਹੁਣ ਪੱਟ ਦੇ ਇਨਸਾਈਡ ਦਾ ਮਸਲ ਹੋ ਗਿਆ ਇਹ, ਜਿਹੜੇ ਹੁਣ ਪਿੰਕਾ ਪੱਟ ਦੇ ਵਿਚਾਲੇ ਫੇਰ ਰਿਹਾ, ਮੰਨ ਲਓ ਜਿਹਨੂੰ ਕਹਿੰਦੇ ਆ ਕਿ ਵਿੱਚ ਵਾਲਾ ਮਸਲ, ਠੀਕ ਆ। ਇਹ ਐਬਡਕਟਰ ਮਸਲ ਆ, ਕਿ ਮੰਨ ਲਓ ਤੁਸੀਂ ਕੋਈ ਵੀ ਮੂਵਮੈਂਟ ਕਰਨੀ ਹੈ ਇੱਥੋਂ ਅੰਦਰ ਲਿਆਉਣੀ ਆ, ਇਹ ਐਬਡਕਟਰ ਮਸਲ ਹੁੰਦੇ ਨੇ। ਐਬਡਕਟਰ ਮਸਲ ਹੁੰਦੇ ਨੇ ਆ ਗਲੂਟ ਦੇ, ਉਹ ਵੀ ਪਿੰਕੇ ਆਪਾਂ ਕਰਕੇ ਦਿਖਾਉਣਾ। ਜਿਵੇਂ ਮੰਨ ਲਓ ਤੁਸੀਂ ਬਹਿ ਕੇ ਆਹ ਲਾਉਂਦੇ ਹੁੰਦੇ ਹੋ, ਆਹ ਗਲੂਟ ਦੀ ਐਕਸਰਸਾਈਜ਼, ਇਹ ਬਾਹਰ ਜਿਹੜੀ ਚੀਜ਼ ਆਉਂਦੀ ਆ ਉਹ ਐਬਡਕਟਰ ਹੁੰਦੀ ਆ, ਠੀਕ ਆ। ਸੋ ਗਲੂਟ 'ਤੇ ਵੀ ਪਿੰਕੇ ਕਰਕੇ ਦਿਖਾ ਦੇ। ਹੁਣ ਸਾਰੇ ਦੇਖੋ ਪੱਟ ਦੇ ਜਿਹੜੇ ਮਸਲ ਨੇ ਉਹ ਕਵਰ ਹੋ ਗਏ, ਤੇ ਹੁਣ ਆਪਾਂ ਆਉਂਦੇ ਹਾਂ ਗਲੂਟ 'ਤੇ। ਜਿਹੜੀ ਮੈਂ ਤੁਹਾਨੂੰ ਗੱਲ ਕਰੀ ਸੀ, ਜਿਹੜੀ ਤੁਸੀਂ ਮੂਵਮੈਂਟ ਆਹ ਬਾਹਰ ਨੂੰ ਕਰਦੇ ਹੋ, ਜਿਵੇਂ ਆਪਾਂ ਲੈਗ ਦੀ ਆਹ ਐਕਸਰਸਾਈਜ਼ ਲਾਉਂਦੇ ਨੇ ਬਹਿ ਕੇ ਇੱਕ ਮਸ਼ੀਨ 'ਤੇ। ਸੋ ਇੱਕ ਲੱਤ ਤੁਸੀਂ ਉੱਪਰ ਟਿਕਾ ਲੈਣੀ ਆ ਤਾਂ ਕਿ ਤੁਹਾਡਾ ਪੂਰੀ ਕੰਟਰੈਕਸ਼ਨ ਹੋਵੇ ਪ੍ਰੋਪਰ ਦੋਨੇ ਲੈਗ 'ਤੇ। ਬਸ ਤੁਸੀਂ ਇਦਾਂ ਕਰਕੇ ਜਿਵੇਂ ਮੈਂ ਕਿਹਾ ਸੀ 30 ਤੋਂ 40 ਸੈਕਿੰਡ ਫੇਰ ਲੈਣਾ। ਓਕੇ ਪਿੰਕੇ ਸੋ ਹੁਣ ਤੂੰ ਆ ਜਾ ਬੈਕ ਮਸਲ 'ਤੇ, ਹੋਰ ਬੈਕ ਤੋਂ ਲੈ ਕੇ ਸ਼ੋਲਡਰ ਤੋਂ ਲੈ ਕੇ ਗਰਦਨ ਤੱਕ ਐਨ ਪੂਰਾ, ਤਾਂ ਕਿ ਤੁਹਾਡਾ ਪੋਸਚਰ ਵੀ ਸਿੱਧਾ ਹੋਵੇ। ਕਈ ਬੰਦੇ ਨੇ ਮੋਢੇ ਇਦਾਂ ਹੁੰਦੇ ਨੇ ਨਾ, ਫਿਰ ਤੁਹਾਡੇ ਓਪਨ ਅਪ ਹੋਣਗੇ ਉਹ,
ਕਿਉਂਕਿ ਜੇ ਤੁਹਾਡੇ ਦੇਖੋ ਮੋਢੇ ਮੂਰੇ ਨੂੰ ਨੇ ਫਾਰਵਰਡ ਗਿਰੇ ਰਹਿੰਦੇ ਨੇ, ਫਿਰ ਚਾਹੇ ਤੁਸੀਂ ਸ਼ੋਲਡਰ ਦੀ ਐਕਸਰਸਾਈਜ਼ ਲਾਉਣੀ ਆ, ਪ੍ਰੋਪਰ ਕੰਟਰੈਕਸ਼ਨ ਨਹੀਂ ਹੁੰਦੀ ਹੈਗੀ, ਗਰੋਥ ਨਹੀਂ ਹੁੰਦੀ। ਜੇ ਤੁਹਾਡੇ ਸ਼ੋਲਡਰ ਖੁੱਲਦੇ ਨੇ, ਤੁਸੀਂ ਪ੍ਰੋਪਰ ਚਾਹੇ ਚੈਸਟ ਆ ਚਾਹੇ ਸ਼ੋਲਡਰ ਦੀ ਮੂਵਮੈਂਟ ਲਾ ਸਕਦੇ ਹੋ। ਸੋ ਪੋਸਚਰ ਇਹਦੇ ਨਾਲ ਤੇ ਮਸਲ ਗਰੋਥ ਬਹੁਤ ਵਧੀਆ ਹੁੰਦੀ ਆ, ਬੋਡੀ ਪੂਰੀ ਰਿਲੈਕਸ ਹੋ ਜਾਂਦੀ ਆ। ਹੁਣ ਪੂਰੀ ਬੈਕ ਰੇ ਮਸਲ ਤੇ ਫਿਰ ਰਿਹਾ ਪੂਰਾ ਪ੍ਰੋਪਰ। ਜੇ ਤੁਸੀਂ ਥੋੜਾ ਜਿਹਾ ਇਹਨੂੰ ਅੱਗੇ ਜਾਏਂਗੇ, ਤੁਹਾਡੇ ਬੈਕ ਸ਼ੋਲਡਰ ਵੀ ਇਹਦੇ ਵਿੱਚੇ ਕਵਰ ਹੋ ਜਾਣਾ। ਚੱਲ ਵੀ ਕਿ ਕੰਟੀਨਿਊਸਲੀ ਕਰੀ ਚੱਲ। ਸੋ ਆਹ ਚੀਜ਼ ਆ, ਨਾਲੇ ਬੈਕ ਤੇ ਫਿਰ ਰਿਹਾ ਪੂਰਾ, ਨਾਲੇ ਤੁਹਾਡੇ ਬੈਕ ਸ਼ੋਲਡਰ ਤੇ। ਓਕਣੇ ਨੂੰ ਘੁੰਮ ਕੇ ਆ ਗਿਆ ਨਾ ਪਿੰਕੇ, ਹੁਣ ਟਰਾਈਸੈਪ ਦਾ ਵੀ ਦਿਖਾ ਦੇ, ਇਦਾਂ ਇੱਥੇ ਪੈ ਕੇ ਟਰਾਈਸੈਪ ਦਾ ਹੀ ਦਿਖਾ ਦੇ। ਥੋੜਾ ਬਹੁਤਾ ਤੁਸੀਂ ਆਪ ਵੀ ਸਮਾਰਟਲੀ ਤਰੀਕੇ ਨਾਲ ਇਹਨੂੰ ਘੁਮਾ ਲਿਆ ਕਰੋ। ਜਿਵੇਂ ਨਾ ਤੁਹਾਡੇ ਟਰਾਈਸੈਪ ਤੇ ਪੂਰਾ ਫਿਰ ਰਿਹਾ, ਇਹਨੂੰ ਥੋੜਾ ਇਦਾਂ ਘੁਮਾ ਲਿਆ ਕਰੋ। ਬਾਹ ਨੂੰ ਇਦਾਂ ਕਰ ਲਿਆ ਜਿਵੇਂ ਆਪਾਂ ਹੈਮਰ ਵਾਲਾ ਗ੍ਰਿਪ ਕਰਦੇ ਹੁੰਦੇ ਆ, ਇਦਾਂ ਘੁਮਾ ਕੇ ਆਏ ਆਹ ਸਾਈਡ ਵੀ ਫੇਰ ਲਈ, ਮਤਲਬ ਟਰਾਈਸੈਪ ਦੇ ਥੱਲੜੀ ਸਾਈਡ ਵੀ ਫਿਰ ਗਈ ਤੁਹਾਡੇ। ਤੇ ਜਦੋਂ ਤੁਸੀਂ ਐਂ ਘੁਮਾਏਂਗੇ ਹੋ, ਫਿਰ ਤੁਹਾਡਾ ਟਰਾਈਸੈਪ ਦਾ ਪੂਰਾ ਪ੍ਰੋਪਰ ਜਿਹੜਾ ਬਾਕੀ ਮਸਲ ਵੱਜ ਜੂਗਾ, ਉਹਦੇ ਤੇ ਵੀ ਰੋਲਰ ਫਿਰ ਜੂ। ਠੀਕ ਆ, ਸੋ ਇੱਥੇ ਆਹ ਪੋਜੀਸ਼ਨ 'ਚ ਆਏ ਆ ਵੀ ਕਿ ਬਾਈਸੈਪ ਦਾ ਵੀ ਕਰਕੇ ਦਿਖਾ ਦੇ। ਸੋ ਆਹ ਹੋ ਗਿਆ ਬਾਈਸੈਪ ਦਾ ਸਟਰੈਚ। ਠੀਕ ਆ, ਸੋ ਇਹਨੂੰ ਵੀ ਜਿਵੇਂ ਥੋੜਾ ਜਿਹਾ ਰੋਟੇਟ ਕਰ ਲੈਣਾ, ਆਹ ਚੀਜ਼ ਘੁਮਾ ਕੇ ਵੀ ਕਿ ਥੋੜਾ ਮੋੜ ਲਾ ਗੁੱਟ ਇੱਧਰ ਨੂੰ, ਆਹ ਚੀਜ਼। ਠੀਕ ਆ, ਸੋ ਪ੍ਰੋਪਰ ਲਾਉਂਦੇ ਘੁਮਾਈ ਚੱਲੋ ਤਾਂ ਕਿ ਤੁਹਾਡਾ ਪ੍ਰੋਪਰ ਬਾਈਸੈਪ ਦੇ ਸਾਰੀ ਮਸਲ ਕਵਰ ਹੋ ਜਾਣ। ਕਿਉਂਕਿ ਜੇ ਤੁਸੀਂ ਇੱਕ ਪਾਸੇ ਨੂੰ ਲਾਉਂਦੇ ਹੋ, ਸਪੋਜ਼ ਕਰੋ ਪਿੰਕਾ ਹੀ ਲਾ ਰਿਹਾ, ਠੀਕ ਆ, ਤਾਂ ਫਿਰ ਇੱਕ ਮਸਲ ਟਾਰਗੇਟ ਹੁੰਦਾ। ਜੇ ਇਹਨੇ ਘੁਮਾਤਾ ਤਾਂ ਫਿਰ ਸਾਰੀ ਮਸਲ ਟਾਰਗੇਟ ਹੁੰਦੇ ਨੇ। ਇਦਾਂ ਹੀ ਜਦੋਂ ਕਿਸੇ ਮਸਲ ਦੇ ਫੇਸ ਨਾਲ ਉਹਨੂੰ ਥੋੜਾ ਜਿਹਾ ਰੋਟੇਟ ਕਰ ਲਿਆ ਕਰੋ। ਸੋ ਆਹ ਹੁਣ ਤੁਹਾਡਾ ਸਾਈਡ ਸ਼ੋਲਡਰ ਤੇ ਫਿਰ ਰਿਹਾ ਜਿਹੜਾ ਕਿ ਰੋਲਰ ਆ। ਠੀਕ ਆ, ਜਿਵੇਂ ਆਪਾਂ ਪਹਿਲਾਂ ਬੈਕ ਤੇ ਸੀਗਾ, ਹੁਣ ਸਾਈਡ ਵਾਲਾ, ਤੇ ਬਾਅਦ ਚੋਂ ਤੁਹਾਨੂੰ ਚੈਸਟ ਤੇ ਫਰੰਟ ਵਾਲਾ ਵੀ ਦਿਖਾਉਂਦੇ ਆ। ਪ੍ਰੋਪਰ ਸ਼ੋਲਡਰ ਤੇ ਆਹ ਫਾਰਮ ਰੋਲਰ ਫੇਰਿਆ ਕਰੋ। ਓਕੇ ਪਿੰਕਰ, ਨੂੰ ਚੈਸਟ ਵਾਲਾ ਤੇ ਫਰੰਟ ਵਾਲਾ ਵੀ ਕਰਕੇ ਦਿਖਾ ਦੇ। 3 ਮਸਲ ਹੁੰਦੇ ਨੇ ਚੈਸਟ ਦੇ, ਤੁਹਾਨੂੰ ਪਤਾ, ਅਪਰ, ਮਿਡ ਤੇ ਲੋਅਰ, ਤਿੰਨੇ ਕਵਰ ਹੋ ਜਾਣੇ ਨੇ। ਨਾਲੇ ਤੁਹਾਡਾ ਫਰੰਟ ਸ਼ੋਲਡਰ ਕਵਰ ਹੋ ਰਿਹਾ। ਠੀਕ ਆ, ਸੋ ਪ੍ਰੋਪਰ ਬੈਕ, ਪ੍ਰੋਪਰ ਥੱਲੇ ਤੱਕ ਪੂਰਾ। ਠੀਕ ਆ, ਸੋ ਆਹ ਸਾਰੀ ਸਟਰੈਚ ਤੁਸੀਂ ਦੇਖਿਆ, ਚਾਹੇ ਉਹ ਚੈਸਟ ਦਾ, ਚਾਹੇ ਸ਼ੋਲਡਰ ਦਾ, ਚਾਹੇ ਪਿੰਕੇ ਨੇ ਲੈਗ ਦੇ ਦਿਖਾਏ ਨੇ। ਇਹ ਤੁਸੀਂ 30-30 ਸੈਕਿੰਡ, ਕਿਉਂਕਿ ਹੁਣ ਤੁਹਾਨੂੰ ਕਾਫੀ ਲੰਬੇ ਲੱਗਦੇ ਹੋਣਗੇ, ਪਰ ਤੁਸੀਂ ਜਿਹੜਾ ਵਰਕਆਊਟ ਕਰਨਾ ਉਹਦੀ ਕਰਨਾ। ਜੇ ਚੈਸਟ ਲਾਈ ਆ, ਚੈਸਟ ਤੇ ਫੇਰ ਲਿਆ। ਚੈਸਟ ਦੇ ਨਾਲ ਤੁਹਾਨੂੰ ਪਤਾ ਕਿ ਯਾਰ ਜਿਹੜੀ ਪੁਸ਼ ਮੂਵਮੈਂਟ ਆ, ਪੁਸ਼ ਮੂਵਮੈਂਟ 'ਚ ਕੀ ਚੀਜ਼ ਵਰਕ ਕਰਦੀ ਆ। ਕੋਈ ਵੀ ਚੀਜ਼ ਪੁਸ਼ ਕਰਦੇ ਹੋ, ਫਰੰਟ ਸ਼ੋਲਡਰ ਕੰਮ ਕਰਦਾ, ਟਰਾਈਸੈਪ ਕੰਮ ਕਰਦਾ, ਚੈਸਟ ਕੰਮ ਕਰਦੀ ਆ, ਆਹ ਸਾਰੇ ਮਸਲਾਂ ਤੇ ਫੇਰ ਲਓ। ਪੁੱਲ ਵਾਲੀਆਂ ਮੂਵਮੈਂਟਾਂ ਨੇ, ਪੁੱਲ 'ਚ ਆਪਾਂ ਨੂੰ ਕੀ ਪਤਾ ਹੀ ਆ ਵੀ ਆਪਣੇ ਬਾਈਸੈਪ ਵਰਕ ਕਰਦੇ ਨੇ। ਪੁੱਲ ਅਪ ਲਾਉਂਦੇ ਆ, ਬਾਹਲੀ ਬੈਕ, ਸਾਰੀ ਬੈਕ ਕੰਮ ਕਰਦੀ ਆ। ਠੀਕ ਆ, ਤਾਂ ਆਪਣਾ ਥੋੜਾ ਬੈਕ ਤੇ ਫੇਰ ਲਓ। ਇੱਦਾਂ ਹੀ ਲੈਗ ਡੇ ਆ, ਲੈਗ ਤੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਪਿੰਕੇ ਨੇ ਸਾਰੇ ਕਿਤੇ ਫੇਰਿਆ, ਚਾਹੇ ਉਹ ਪਹਿਲੀ ਵੀਡੀਓ ਵਾਲੀ ਤੁਸੀਂ ਬੈਕ ਕਰਕੇ ਦੇਖ ਲਿਓ, ਸਟੈਟਿਕ ਸਟਰੈਚ ਆ, ਚਾਹੇ ਉਹ ਡਾਇਨਾਮਿਕ ਆ। ਕਿ ਜਿਹੜਾ ਪ੍ਰੀ ਵਰਕਆਊਟ ਆ ਉਹ ਤੁਹਾਡਾ ਡਾਇਨਾਮਿਕ ਸਟਰੈਚ ਆ, ਤੇ ਪੋਸਟ ਵਰਕਆਊਟ ਕੀ ਕਰਨਾ, ਸਟੈਟਿਕ ਸਟਰੈਚ ਤੇ ਫਾਰਮ ਰੋਲਰ। ਠੀਕ ਆ, ਕੋਈ ਫਰਕ ਨਹੀਂ ਪੈਂਦਾ, ਸਿਰਫ 10 ਜਾਂ 15 ਮਿੰਟ ਦਾ ਫਰਕ ਆ। ਕਿਉਂਕਿ ਆਪਾਂ ਉਹੀ ਮਸਲ ਤੇ ਫੇਰਨਾ, ਸਾਰਾ ਤਾਂ ਫੇਰ ਨਹੀਂ ਹੈਗਾ, ਉਹੀ ਮਸਲ ਦੀ ਸਟਰੈਚਿੰਗ ਕਰਨੀ ਆ, ਉਹੀ ਮਸਲ ਤੇ ਫਾਰਮ ਰੋਲਰ ਫੇਰਨਾ ਜਿਹੜੇ ਮਸਲ ਦਾ ਵਰਕ ਕਰਿਆ, ਜਾਂ ਉਹੀ ਮਸਲ ਦੀ ਡਾਇਨਾਮਿਕ ਸਟਰੈਚਿੰਗ ਕਰਨੀ ਆ ਜਿਹੜੇ ਮਸਲ ਦਾ ਆਪਾਂ ਵਰਕ ਕਰ ਰਹੇ ਹਾਂ। ਬੰਦੇ ਕਹਿੰਦੇ ਨੇ ਸ਼ੋਲਡਰ ਦੀ ਇੰਜਰੀ ਹੋ ਗਈ, ਹੁਣ ਮੰਨ ਲਓ ਤੁਸੀਂ ਸ਼ੋਲਡਰ ਲਾਉਣਾ, ਜਿਮ 'ਚ ਗਏ, ਤੁਸੀਂ ਆਹ ਚੀਜ਼ ਕਰ ਲਈ, ਪਹਿਲਾਂ ਇੱਧਰ ਨੂੰ ਘੁਮਾ ਲਿਆ, ਆਹ ਚੀਜ਼ ਹੋ ਗਈ, ਇਹ ਡਾਇਨਾਮਿਕ ਮੂਵਮੈਂਟ ਆ ਸਾਰੀ। ਠੀਕ ਆ, ਤੇ ਬਾਅਦ ਚੋਂ ਆਫਟਰ ਆਹ ਸਟੈਟਿਕ ਸਟਰੈਚ ਆ ਤੇ ਫਾਰਮ ਰੋਲਰ, ਇਹ ਚੀਜ਼ ਬਾਅਦ ਚੋਂ ਕਰਨੀ ਆ। ਠੀਕ ਹੈ ਮੀਕੇ, ਬਿਲਕੁਲ। ਸੋ ਆਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਸੀ, ਕਿਉਂਕਿ ਆਪਾਂ ਨੂੰ ਲੱਗਦਾ ਕਿ ਯਾਰ ਛੱਡ ਸਟਰੈਚਿੰਗ ਨੂੰ, ਪਹਿਲਾਂ ਪਿੱਛੋਂ ਕਰਨਾ ਕੀ ਆ, ਫਿਰ ਮਸਲ ਖੜ ਜਾਂਦੇ ਨੇ, ਮਸਲ ਦੀ ਰਿਕਵਰੀ ਨਹੀਂ ਹੁੰਦੀ, 2-3 ਦਿਨ ਦੁਖੀ ਜਾਂਦੇ ਨੇ, ਪ੍ਰੋਪਰ ਉਹਨਾਂ 'ਚ ਨਿਊਟ੍ਰੀਸ਼ਨ ਨਹੀਂ ਜਾਂਦੀ, ਉਹ ਖੁੱਲ੍ਹਦੇ ਨਹੀਂ ਹੈਗੇ। ਕਿਉਂਕਿ ਜਿਹੜਾ ਤੁਹਾਡਾ ਮਸਲ ਆ, ਠੀਕ ਆ, ਇਹਨੂੰ ਤੁਸੀਂ ਖੋਲ੍ਹਣਾ, ਜਿੰਨਾ ਇਹਨੂੰ ਖੋਲ੍ਹ ਲੈਂਗੇ ਉਹ ਵਧੀਆ। ਚਾਹੇ ਉਹ ਲੈਗ ਦੇ ਮਸਲ, ਜਿੰਨੀ ਸਟਰੈਚਿੰਗ ਕਰੇਗੇ, ਜਿੰਨਾ ਫਾਰਮ ਰੋਲਰ ਫੇਰੇਂਗੇ, ਉਹ ਤੁਹਾਡੀ ਡਾਈਟ ਤੇ, ਮੈਂ ਪਹਿਲੀ ਵੀਡੀਓ 'ਚ ਕਿਹਾ ਸੀ, ਤੁਹਾਡੀ ਡਾਈਟ ਤੇ ਤੁਹਾਡੀ ਐਕਸਰਸਾਈਜ਼ ਨਾਲ ਮਿਲ ਕੇ ਦੁੱਗਣਾ ਫਰਕ ਪੈ ਜਾਊਗਾ, ਦੁੱਗਣਾ ਬਹੁਤ। ਇਹ ਤਾਂ ਹੀ ਤਾਂ ਤੁਸੀਂ ਦੇਖੋਗਾ ਕਿ ਕਈ ਜਿਹੜੇ ਪ੍ਰੋ ਬੋਡੀ ਬਿਲਡਰ ਦੇ ਮਿਹਨਤ ਵੱਧ ਕਰਦੇ ਨੇ, ਪਰ ਉਹਨਾਂ ਦੇ ਬੰਦੇ ਰੱਖੇ ਹੁੰਦੇ ਨੇ, ਪ੍ਰੋਪਰ ਮਾਰਸ ਕਰਾਉਂਦੇ ਨੇ। ਹੁਣ ਪਿੰਕੇ ਨੇ ਵੀ, ਪਿੰਕ ਵੀ ਇੰਡੀਆ ਕਹਿੰਦਾ ਸੀ, ਕਹਿੰਦਾ ਵੀਰੇ ਮੈਂ 1-2 ਦਿਨ ਛੱਡ ਕੇ ਪੱਕੀ ਸਾਰੀ ਬੋਡੀ ਦੀ ਮਸਾਜ ਕਰਾਉਣਾ, ਕਿਉਂਕਿ ਉਹਦੇ ਵਿੱਚ ਵੀ ਪਿੰਕੇ ਇੱਧਰ ਨੂੰ ਆਇਆ ਮਾੜਾ ਜਿਹਾ, ਉਹਦੇ ਵਿੱਚ ਵੀ ਜਿਵੇਂ ਕੋਈ ਵੀ ਆਪਾਂ ਮਾਲਸ਼ ਕਰਦੇ ਇੱਕ ਦੂਜੇ ਦੀ ਕਰ ਲਿਆ ਕਰੋ। ਹੁਣ ਆਹ ਚੀਜ਼ ਜਾਂਦੀ ਆ, ਦੇਖੋ ਤੁਹਾਡੇ ਪ੍ਰੋਪਰ ਮਸਲ ਰਿਲੈਕਸ ਹੁੰਦਾ, ਮਸਲ ਦੇ ਵਿੱਚ ਪ੍ਰੋਪਰ ਤੁਹਾਡੇ ਨਿਊਟ੍ਰੀਸ਼ਨ ਡਿਲੀਵਰ ਹੁੰਦਾ। ਠੀਕ ਆ, ਕੋਈ ਵੀ ਮੂਵਮੈਂਟ ਆ ਤੁਹਾਡਾ, ਦੇਖੋ ਜਦੋਂ ਤੁਸੀਂ ਮਸਲ ਲਾਉਂਦੇ ਹੋ, ਇਹਦੇ ਵਿੱਚ ਮੰਨ ਲਓ ਚੈਸਟ ਦਾ ਵਰਕਆਊਟ ਕਰਿਆ, ਤਾਂ ਇਹਦੇ ਵਿੱਚ ਲੈਕਟਿਕ ਐਸਿਡ ਬਿਲਡਅਪ ਹੋਏਗਾ, ਇਹਨੂੰ ਇੱਦਾਂ ਫੇਰਦੇ ਹੋ ਤੁਸੀਂ, ਪ੍ਰੋਪਰ ਤੁਹਾਡੇ ਬਲੱਡ ਦੇ ਵਿੱਚ ਨਿਊਟ੍ਰੀਐਂਟ ਹੁੰਦੇ ਨੇ, ਅਮੀਨੋ, ਕਾਰਬ, ਉਹ ਸਾਰੇ ਤੁਹਾਡੇ ਮਸਲ ਤੱਕ ਡਿਲੀਵਰ ਹੁੰਦੇ ਨੇ, ਤੇ ਲੈਕਟਿਕ ਐਸਿਡ ਨਿਕਲਦਾ, ਪੂਰੀ ਸਾਹ ਲੈਣਾ, ਆਕਸੀਜਨ ਦੇਣੀ ਆ, ਤਾਂ ਕਿ ਮਸਲ ਨੂੰ ਪੂਰੀ ਨਿਊਟ੍ਰੀਸ਼ਨ ਜਾਵੇ। ਜਿਹੜਾ ਮਸਲ ਜਿਮ ਤੋਂ ਬਾਅਦ ਆਕੜਿਆ ਹੁੰਦਾ ਉਹ ਰਿਲੈਕਸ ਹੋਵੇ, ਤਾਂ ਕਿ ਦੂਜੇ ਦਿਨ ਤੁਸੀਂ ਵਰਕਆਊਟ ਕਰ ਲਈ, ਤੁਹਾਡੀ ਬੋਡੀ ਰੈਡੀ ਹੋਵੇ। ਠੀਕ ਆ ਪਿੰਕੇ, ਸੋ ਬਹੁਤ ਧੰਨਵਾਦ ਪਿੰਕੇ ਤੇਰਾ, ਸਾਡੇ ਨਾਲ ਸਾਰੇ ਆਹ ਸਟਰੈਚ ਸ਼ੇਅਰ ਕਰ ਲਈ, ਕਿਉਂਕਿ ਮੇਨ ਇਹ ਪਿੰਕੇ ਨਹੀਂ ਕਿਹਾ ਸੀਗਾ ਕਿ ਆਪਾਂ ਇਹ ਵੀਡੀਓ ਬਣਾਉਣੀ ਹੈ, ਕਿਉਂਕਿ ਬਹੁਤ ਬੰਦੇ ਇਹ 'ਚ ਗਲਤੀ ਕਰਦੇ ਨੇ, ਤੇ ਬਹੁਤ ਵਧੀਆ ਵੀਰਾਂ ਨੂੰ ਸਾਰਾ ਪਿੰਕੇ ਨੇ ਸਮਝਾਇਆ ਕਰਕੇ। ਤੇ ਇਹ ਚੀਜ਼ ਨੂੰ ਦਿਮਾਗ 'ਚ ਰੱਖ ਕੇ ਇਹਦੇ ਬੈਨੀਫਿਟ ਲਓ, ਕਿਉਂਕਿ ਸਾਰੇ ਪ੍ਰੋ ਬੰਦੇ ਆਹ ਚੀਜ਼ ਯੂਜ਼ ਕਰਦੇ ਨੇ। ਤੁਸੀਂ ਵੀ ਜੇ ਹੁਣ ਤੁਹਾਨੂੰ ਆਹ ਚੀਜ਼ ਦੇ ਬੈਨੀਫਿਟ ਪਤਾ ਲੱਗਣਗੇ ਤਾਂ ਕਰੇਂਗੇ ਵੀ, ਕਿਉਂਕਿ ਨਹੀਂ ਬੰਦਾ ਗੌਲਦਾ ਨਹੀਂ ਪਿੰਕੇ। ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਯਾਰ ਆਹ ਚੀਜ਼ ਦੇ ਬਹੁਤ ਇੰਨੇ ਬੈਨੀਫਿਟ ਨੇ, ਫਿਰ ਬੰਦਾ ਕਹਿੰਦਾ ਯਾਰ ਹਾਂ ਯਾਰ ਜਿਮ 10 ਮਿੰਟ ਘੱਟ ਲਾ ਲਾਂਗੇ, ਆਹ ਚੀਜ਼ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ ਮਿੱਤਰੋ। ਜੇ ਮਸਲ ਖੜ ਗਏ, ਗਰੋਥ ਨਹੀਂ ਹੋ ਰਹੀ। ਤੇ ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ। ਦਿਸ ਇਜ਼ ਹੈਰੀ ਮੰਡੇਰ,
ਆਪਣੇ ਨਾਲ ਸੀ ਪਿੰਕਾ ਜਰਗ। ਲਵ ਯੂ ਆਲ, ਵਾਹਿਗੁਰੂ ਮਿਹਰ ਕਰੇ।